कबीर मन जाने सब बात, जानत ही ओगन करे। काहे की कुशलात, हाथ दीप कुएं परै। दद्दै दोष न देहूं किसै, दोष कर्मा आपने। जो मैं सो मैं पाया, दोष न दीजै अवर जना। सतनाम श्री वाहिगुरु साहिब जी। फरीदा जिन्नी कमी नाहे गुण, ते कमड़े विसार। मत सरविंदा थी साईं दे दरबार। फरीदा साहिब दी कर चाकरी, दिल दी लाहे परांद। दरवेशा नूं लोड़ीए रुखां दी जीरांद। फरीदा काले मैंडे कपड़े, काला मैंडा वेस। गुण ही भरिया मैं फिरां, लोक कहें दरवेश। गुण ही भरिया मैं लोक कहें दरवेश। वाहिगुरु जी का खालसा, वाहिगुरु जी की फतेह। परम सन्मानयोग जुगों जुग अटल शब्द गुरु बाणी के बोहित प्रथक हर धन धन साहिब श्री गुरु ग्रंथ साहब महाराज जी की पावन पवित्र गोद विच हजूरी विच निग मानन का सुभाग समा प्राप्त होया है। बाबा फरीद साहब जी दे अगम्मी बोल जो मूल पाठ आप जी ने श्रवण किया है, 59 नंबर श्लोक तो फरीदा जिन्नी कमी नाहे गुण, ते कमड़े विसार। समुची मानवता लई बहुत बड़ी प्रेरणा है
ਬਾਬਾ ਫਰੀਦ ਜੀ ਦੀ ਇਹ ਮਨੁੱਖ ਉਹ ਕੋਝੇ ਭੈੜੇ ਮਾੜੇ ਕੰਮ ਛੱਡ ਦੇ, ਜਿਨ੍ਹਾਂ ਕੰਮਾਂ ਤੋਂ ਤੇਰੀ ਜਿੰਦ ਨੂੰ, ਜੀਵ ਆਤਮਾ ਨੂੰ ਕੋਈ ਲਾਭ ਪ੍ਰਾਪਤ ਨਹੀਂ ਹੋ ਰਿਹਾ। ਆਓ ਜੋ ਬਾਬਾ ਫਰੀਦ ਜੀ ਨੇ ਰੱਬੀ ਗਿਆਨ ਸਾਨੂੰ ਬਖਸ਼ਿਸ਼ ਕੀਤਾ ਹੈ, ਇਸ ਪਾਵਨ ਸ਼ਬਦ ਜੋ ਮੰਗਲਾਚਰਨ ਵਿੱਚ 3 ਸ਼ਲੋਕ ਆਪ ਜੀ ਨਾਲ ਸਾਂਝੇ ਕੀਤੇ ਨੇ। ਆਪ ਜੀ ਘਰਾਂ ਵਿੱਚ ਬੈਠ ਦੇਸ਼ ਪ੍ਰਦੇਸ਼ ਜਿੱਥੇ ਵੀ ਸੰਗਤਾਂ ਇਹ ਪ੍ਰੋਗਰਾਮ ਲਾਈਵ ਸਰਵਣ ਕਰ ਰਹੀਆਂ ਹਨ, ਸਰਵਣ ਕਰਕੇ ਗੁਰੂ ਪਿਤਾ ਮਹਾਰਾਜ ਜੀ ਦੀ ਅਸੀਸ ਅਤੇ ਬਖਸ਼ਿਸ਼ ਪ੍ਰਾਪਤ ਕਰੀਏ। ਪਿਆਰ ਨਾਲ ਆਖੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਰੋ ਕਿਰਪਾ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਨੁੱਖ ਆਦਿ ਕਾਲ ਤੋਂ ਉਸ ਪ੍ਰਭੂ ਦੇ ਘਰ ਵਿੱਚ ਪ੍ਰਵਾਨ ਹੋਣ ਲਈ ਅਜੇ ਤੱਕ ਜਿਤਨੇ ਵੀ ਮਨੁੱਖਤਾ ਨੇ ਸੰਸਾਰ ਵਿੱਚ ਜਨਮ ਲਿਆ, ਬੇਅੰਤ ਐਸੇ ਕਰਮ ਕੀਤੇ ਕਿ ਮੈਂ ਸਾਈਂ ਦੇ ਦਰਬਾਰ ਵਿੱਚ ਸੁਰਖਰੂ ਹੋਵਾਂ। ਮਨੁੱਖ ਦਾ ਮੂਲ ਯਤਨ ਇਹੀ ਹੈ ਕਿ ਮੈਂ ਸੰਸਾਰ ਦੇ ਵਿੱਚ ਬੇਦਾਗ ਹੋਵਾਂ, ਮੈਨੂੰ ਕੋਈ ਦਾਗ ਨਾ ਲੱਗੇ, ਮੈਨੂੰ ਕੋਈ ਦੋਸ਼ੀ ਨਾ ਠਹਿਰਾਵੇ। ਇਸ ਕਰਕੇ ਮਨੁੱਖ ਕਈ ਵਾਰੀ ਕਰਮ ਕਰਦਾ ਹੋਇਆ ਔਰ ਜਦੋਂ ਕੋਈ ਕਰਮ ਗਲਤ ਹੋ ਜਾਂਦਾ ਹੈ ਤੇ ਉਸ ਦਾ ਪਛਤਾਵਾ ਵੀ ਕਰਦਾ ਹੈ। ਔਰ ਕਈ ਵਾਰੀ ਮਨੁੱਖ ਦਾ ਜਿਹੜਾ ਪਛਤਾਵਾ ਹੈ, ਉਹ ਪਛਤਾਵਾ ਕਰਨ ਤੋਂ ਬਾਅਦ ਵੀ ਮਨੁੱਖ ਦੀ ਜੀਵਨ ਸ਼ੈਲੀ ਚੇਂਜ ਨਹੀਂ ਹੁੰਦੀ। ਕਿਉਂਕਿ ਜੇ ਮਨੁੱਖ ਦੀ ਅੱਖਾਂ ਦੇ ਵਿੱਚੋਂ ਐਕਟਿੰਗ ਵਾਲੇ ਅਥਰੂ ਨਿਕਲਣੇ ਸ਼ੁਰੂ ਹੋ ਜਾਣ, ਅੱਖਾਂ ਵਿੱਚੋਂ ਨੀਰ ਕੱਢਣ ਦੀ ਮਨੁੱਖ ਨੂੰ ਪ੍ਰੈਕਟਿਸ ਹੋ ਜਾਏ, ਤੇ ਐਸੇ ਅਥਰੂ ਜਦੋਂ ਮਨੁੱਖ ਦੇ ਜੀਵਨ ਵਿੱਚੋਂ ਨਿਕਲਦੇ ਨੇ ਤਾਂ ਮਨੁੱਖ ਪਾਖੰਡੀ ਹੋ ਜਾਂਦਾ ਹੈ, ਕਰਮਕਾਂਡੀ ਹੋ ਜਾਂਦਾ ਹੈ ਔਰ ਖੁਦਾ ਦੇ ਦਰ ਤੇ ਕਬੂਲ ਨਹੀਂ ਹੁੰਦਾ। ਕਿਉਂਕਿ ਰੱਬ ਦੇ ਘਰ ਤੱਕ ਪਹੁੰਚਣ ਵਾਸਤੇ, ਜੰਨਤ ਤੱਕ ਪ੍ਰਾਪਤੀ ਵਾਸਤੇ ਕੇਵਲ ਤਾਂ ਕੇਵਲ 2 ਅਥਰੂ ਨੇ ਜਿਹੜੇ ਪਛਤਾਵੇ ਦੇ ਵਿੱਚੋਂ ਨਿਕਲਣ। ਇੱਕ ਵਿਦਵਾਨ ਕਹਿੰਦਾ, ਜੰਨਤ ਲਈ ਪਛਤਾਵੇ ਕੇ 2 ਅਥਰੂ ਹੈ। ਵੀ ਜੰਨਤ ਦੀ ਪ੍ਰਾਪਤੀ ਕਰਨਾ ਚਾਹੁੰਦਾ ਤੇ ਪਛਤਾਵੇ ਦੇ 2 ਅਥਰੂ ਨੇ ਕਿ ਮੈਂ ਇਹ ਕੰਮ ਗਲਤ ਕਰ ਰਿਹਾ, ਇਹ ਕੰਮ ਗਲਤ ਕਰ ਰਿਹਾ। ਫਿਰ ਸੱਚ ਜਾਣਨਾ ਤੈਨੂੰ ਖੁਦਾ ਦਾ, ਪ੍ਰਭੂ ਦਾ ਬੂਆ ਨਸੀਬ ਹੋ ਜਾਵੇਗਾ।
ਪਰ ਅੰਦਰ ਪਛਤਾਵੇ ਵਿੱਚੋਂ ਉਹ ਅਥਰੂ ਡਿੱਗਣ। ਔਰ ਐਸਾ ਕਦਾ ਕਦਾਈ ਹੁੰਦਾ ਜਦੋਂ ਕਿ ਮਨੁੱਖ ਦੀ ਜ਼ਿੰਦਗੀ ਵਿੱਚ ਪਛਤਾਵੇ ਤੋਂ ਬਾਅਦ ਅੱਖਾਂ ਵਿੱਚੋਂ ਨੀਰ ਵਗੇ। ਉਹ ਅਥਰੂ ਮਨੁੱਖ ਨੂੰ ਪਵਿੱਤਰ ਕਰ ਦਿੰਦੇ ਨੇ, ਪਾਵਨ ਕਰ ਦਿੰਦੇ ਨੇ, ਜੀਵਨ ਦੇ ਵਿੱਚੋਂ ਸਾਰੀ ਖੋਟ ਕੱਢ ਦਿੰਦੇ ਨੇ। ਪਰ ਸੰਸਾਰ ਦੇ ਇਤਿਹਾਸ ਨੂੰ ਪੜ੍ਹ ਕੇ ਵੇਖੀਏ, ਅੱਜ ਤੱਕ ਬਹੁਤੇ ਲੋਕਾਂ ਦੇ ਜਿਹੜੇ ਅਥਰੂ ਨੇ ਉਹ ਪਛਤਾਵੇ ਦੇ ਨਹੀਂ, ਇਸ ਤਰ੍ਹਾਂ ਦੇ ਪਛਤਾਵੇ ਦੇ ਨਹੀਂ ਜਿਹੜਾ ਪਛਤਾਵਾ ਮਨੁੱਖ ਨੂੰ ਪਵਿੱਤਰ ਕਰਦੇ। ਇੱਕ ਬੜੀ ਪਿਆਰੀ ਮੈਂ ਗਾਥਾ ਪੜ੍ਹ ਰਿਹਾ ਸੀ। ਉਸ ਗਾਥਾ ਦੇ ਵਿੱਚ ਇੱਕ ਮਨੁੱਖ ਨੇ ਕਿਸੇ ਅਮੀਰ ਮਨੁੱਖ ਦੇ ਘਰ ਚੋਰੀ ਕੀਤੀ। ਚੋਰੀ ਕੀਤੀ, ਕੇਵਲ 10 ਰੁਪਏ ਹੱਥ ਆਏ। ਉਸ ਅਮੀਰ ਨੇ ਉਸ ਨੂੰ ਫੜਵਾ ਦਿੱਤਾ। ਕਚਹਿਰੀ ਦੇ ਅੰਦਰ ਉਹਦਾ ਕੇਸ ਚੱਲਿਆ। ਉਸ ਚੋਰ ਨੇ ਆਪਣਾ ਵਕੀਲ ਕੀਤਾ ਔਰ ਵਕੀਲ ਜਦੋਂ ਮਾਲਕ ਦੇ ਸਾਹਮਣੇ ਕਚਹਿਰੀ ਵਿੱਚ ਪੇਸ਼ ਹੋਇਆ ਤੇ ਉਹਨੇ ਤਰਕ ਰੱਖਿਆ ਉਸ ਮਾਲਕ ਨੂੰ ਜਿਸ ਦੇ ਘਰੋਂ ਚੋਰੀ ਕੀਤੀ ਸੀ ਕਿ ਤੂੰ ਕਿਵੇਂ ਕਹਿ ਸਕਦਾ ਹੈ ਕਿ ਇਸਨੇ ਤੇਰੇ ਘਰ ਦੇ ਵਿੱਚ ਚੋਰੀ ਕੀਤੀ ਹੈ। ਕਿਉਂਕਿ ਇਸਨੇ ਕੇਵਲ ਤਾਂ ਕੇਵਲ 10 ਰੁਪਏ ਚੁਰਾਏ ਨੇ, ਇਹ ਚੋਰੀ ਨਹੀਂ, ਇਹ ਇਸ ਦੀ ਜ਼ਰੂਰਤ ਸੀ, ਇਸਨੂੰ ਭੁੱਖ ਲੱਗੀ ਸੀ, ਇਹ ਆਪਣੀ ਭੁੱਖ ਦੂਰ ਕਰਨਾ ਚਾਹੁੰਦਾ ਸੀ। 10 ਰੁਪਏ ਦੀ ਕੋਈ ਚੋਰੀ ਥੋੜੀ ਹੁੰਦੀ ਹੈ। ਉਸਨੇ ਆਖਿਆ ਨਹੀਂ, ਇਸਨੇ ਮੇਰੀ ਚੋਰੀ ਕੀਤੀ ਹੈ। ਤੇ ਵਕੀਲ ਤਰਕ ਖੜਾ ਕਰਦਾ ਹੈ, ਮੈਂ ਕਿਵੇਂ ਮੰਨ ਲਵਾਂ ਇਸਨੇ ਚੋਰੀ ਕੀਤੀ ਹੈ, ਇਸ ਨੂੰ ਮੈਂ ਚੋਰੀ ਨਹੀਂ ਮੰਨਦਾ। ਉਹ ਆਖਣ ਲੱਗਾ ਕਿ ਇਸਨੇ 10 ਰੁਪਏ ਦੀ ਚੋਰੀ ਕੀਤੀ ਹੈ, ਪਰ ਉੱਥੇ ਹੀ ਮੇਰੇ ਘਰ ਦੇ ਵਿੱਚ 10,000 ਰੁਪਏ ਪਏ ਹੋਏ ਸਨ, ਪਰ ਇਸਨੇ 10 ਰੁਪਏ ਚੁਰਾਏ ਨੇ ਉਹਨਾਂ ਵਿੱਚ। ਉਹ ਜਿਹੜਾ ਚੋਰ ਸੀ ਜ਼ੋਰ ਜ਼ੋਰ ਦੀ ਰੋਣ ਲੱਗ ਪਿਆ। ਜਿਹੜਾ ਵਕੀਲ ਸੀ ਉਸ ਦੇ ਅੰਦਰ ਵੀ ਤਰਸ ਆਇਆ ਵੀ ਲੱਗਦਾ ਹੈ ਕਿ ਇਹ ਆਪਣੀ ਚੋਰੀ ਦਾ ਪਛਤਾਵਾ ਕਰ ਰਿਹਾ ਹੈ ਵੀ ਮੈਂ ਚੋਰੀ ਕਿਉਂ ਕੀਤੀ ਹੈ। ਔਰ ਜਦੋਂ ਉੱਚੀ ਉੱਚੀ ਰੋਇਆ ਤੇ ਜਿਹੜਾ ਜੱਜ ਸੀ ਉਸ ਦੇ ਉੱਤੇ ਵੀ ਬੜਾ ਪ੍ਰਭਾਵ ਪਿਆ, ਉਸ ਦਾ ਵੀ ਦਿਲ ਜਿਹੜਾ ਸੀ ਨਰਮ ਹੋ ਗਿਆ। ਔਰ ਉਸ ਮਾਲਕ ਨੇ ਵੀ ਕੇਸ ਜਿਹੜਾ ਸੀ ਉਹ ਰਫੂ ਦਫਾ ਕਰਨ ਵਾਸਤੇ ਕਹਿ ਦਿੱਤਾ। ਚਲੋ ਉੱਥੋਂ ਇਹ ਬਚ ਕੇ ਆਇਆ। ਇਸ ਦੇ ਵਕੀਲ ਨੇ ਇੱਕ ਗੱਲ ਪੁੱਛੀ ਵੀ ਜੇ ਚੋਰੀ ਦਾ ਐਡਾ ਹੀ ਪਛਤਾਵਾ ਤੇ ਅੱਗੋਂ ਨਾ ਕਰੀ। ਇਹ ਖਿਆਲ ਕਰਨਾ, ਜੀਵਨ ਉਸ ਦਿਨ ਬਦਲੇਗਾ ਜਿਸ ਦਿਨ ਸੱਚਾ ਪਛਤਾਵਾ ਹੋਏਗਾ। ਮਾੜੇ ਕੰਮ ਜਿਹੜੇ ਕਰਦੇ ਨੇ, ਜਿਸ ਦਿਨ ਉਹਨਾਂ ਕੰਮਾਂ ਦਾ ਪਛਤਾਵਾ ਹੋਏਗਾ ਵੀ ਹੁਣ ਤੱਕ ਜੋ ਕਰਦਾ ਰਿਹਾ ਮਾੜਾ ਹੀ ਕਰਦਾ ਰਿਹਾ, ਬੁਰਾ ਹੀ ਕਰਦਾ ਰਿਹਾ, ਕਦੇ ਚੰਗਾ ਨਹੀਂ ਕੀਤਾ, ਜੀਵਨ ਚੇਂਜ ਹੋ ਜਾਏਗਾ। ਇਸ ਨੇ ਵਕੀਲ ਨੇ ਇਸ ਨੂੰ ਪੁੱਛਿਆ ਵੀ ਉੱਥੇ ਤੂੰ ਇਤਨਾ ਫੁੱਟ ਫੁੱਟ ਕੇ ਰੋਇਆ, ਇਤਨਾ ਰੋਇਆ ਕਿ ਮੇਰੀ ਅੱਖਾਂ ਵਿੱਚੋਂ ਵੀ ਪਾਣੀ ਵਗ ਤੁਰਿਆ, ਜੱਜ ਵੀ ਦੀ ਅੱਖਾਂ ਵਿੱਚੋਂ ਵੀ ਪਾਣੀ ਆ ਗਿਆ। ਇਤਨਾ ਰੋਣ ਦਾ ਕੀ ਕਾਰਨ ਹੈ? ਜੇ ਇਤਨਾ ਹੀ ਪਛਤਾਵਾ ਹੈ ਤੇ ਇੱਕ ਕੰਮ ਕਰ, ਆਪਣੇ ਕੰਨਾਂ ਨੂੰ ਹੱਥ ਲਾ, ਅੱਗੋਂ ਚੋਰੀ ਨਾ ਕਰੇ। ਉਹ ਕਹਿਣ ਲੱਗਾ ਵਕੀਲ ਨੂੰ, ਵਕੀਲ ਸਾਹਿਬ ਪਛਤਾਵਾ ਇਹ ਨਹੀਂ ਹੈ ਕਿ ਮੈਂ ਚੋਰੀ ਕੀਤੀ ਹੈ। ਪਛਤਾਵਾ ਇਸ ਗੱਲ ਦਾ ਹੈ ਕਿ ਮਾਲਕ ਨੇ ਕਿਹਾ ਕਿ ਉੱਥੇ 10,000 ਰੁਪਏ ਹੋਰ ਪਏ ਸਨ ਔਰ ਇਸਨੇ 10 ਰੁਪਏ ਦੀ ਚੋਰੀ ਕੀਤੀ ਹੈ। ਪਛਤਾਵਾ ਇਸ ਗੱਲ ਦਾ ਹੈ ਕਿ 10,000 ਮੇਰੀ ਅੱਖਾਂ ਦੇ ਸਾਹਮਣੇ ਕਿਉਂ ਨਹੀਂ ਆਏ। ਇਸ ਕਰਕੇ ਫੁੱਟ ਫੁੱਟ ਕੇ ਰੋ ਰਿਹਾ, ਫੁੱਟ ਫੁੱਟ ਕੇ ਰੋਈ ਜਾ ਰਿਹਾ। ਪਛਤਾਵੇ ਤੋਂ ਨਹੀਂ ਰੋ ਰਿਹਾ, ਰੋ ਇਸ ਕਰਕੇ ਗਿਆ ਵੀ ਮੈਂ ਪਤਾਲ ਵਿੱਚ ਰੱਖੀਆਂ ਚੀਜ਼ਾਂ ਕੱਢ ਕੇ ਲਿਆਂਦਾ ਰਿਹਾ ਚੋਰੀਆਂ ਕਰਕੇ। ਕਿਸੇ ਦੇ ਜਿੰਨੇ ਮਰਜ਼ੀ ਕਿਸੇ ਨੇ ਕੋਈ ਚੀਜ਼ ਲੁਕਾ ਕੇ ਰੱਖੀ, ਉੱਥੋਂ ਕੱਢ ਲਿਆਂਦੀਆਂ ਵਸਤੂਆਂ ਮੈਂ, ਪਰ ਉਹ 10,000 ਮੇਰੀ ਅੱਖਾਂ ਦੇ ਸਾਹਮਣੇ ਕਿਉਂ ਨਹੀਂ ਆਏ। ਇਸ ਕਰਕੇ ਮੈਂ ਰੋਂਦਾ। ਤੇ ਮਾਫ ਕਰਨਾ ਗੁਸਤਾਖੀ ਕਿ ਐਸਾ ਪਛਤਾਵਾ ਮਨੁੱਖ ਨੂੰ ਪਰਮਾਤਮਾ ਤੱਕ ਨਹੀਂ ਪਹੁੰਚਾ ਸਕਦਾ, ਰੱਬ ਦੇ ਨੇੜੇ ਨਹੀਂ ਕਰ ਸਕਦਾ।
ਕਿਉਂਕਿ ਪਛਤਾਵਾ ਮਾੜੇ ਕੰਮ ਛੱਡਣ ਦਾ ਨਹੀਂ, ਪਛਤਾਵਾ ਹੈ ਕਿ ਵੱਧ ਮਾੜਾ ਕੰਮ ਕਿਉਂ ਨਹੀਂ ਕਰ ਸਕਿਆ, 10,000 ਰੁਪਏ ਕਿਉਂ ਨਹੀਂ ਕੱਢ ਸਕਿਆ, ਪਛਤਾਵਾ ਇਸ ਗੱਲ ਦਾ ਹੈ। ਔਰ ਸੰਸਾਰ ਦੇ ਵਿੱਚ ਇਸ ਤਰ੍ਹਾਂ ਦੀਆਂ ਬੇਅੰਤ ਗਾਥਾਵਾਂ ਨੇ ਕਿ ਜਦੋਂ ਮਨੁੱਖ ਨੇ ਆਖਿਆ ਕਿ ਮੈਂ ਇਹ ਚੋਰੀ ਕੀਤੀ ਹੈ ਪਰ ਮਜਬੂਰੀ ਬਸ ਹੋ ਗਈ। ਪਰ ਖਿਆਲ ਕਰਨਾ, ਚੋਰੀ ਤਾਂ ਚੋਰੀ ਹੈ, ਮਾੜਾ ਕੰਮ ਤਾਂ ਮਾੜਾ ਕੰਮ ਹੈ, ਭਾਵੇਂ ਮਜਬੂਰੀ ਵਿੱਚ ਕੀਤਾ ਜਾਏ ਭਾਵੇਂ ਬਿਨਾਂ ਮਜਬੂਰੀ ਕੀਤਾ ਜਾਏ। ਠੱਗੀ ਮਾਰਨੀ ਮਾੜਾ ਕੰਮ ਹੈ, ਠੱਗੀ ਜਿਸ ਮਰਜ਼ੀ ਤਰੀਕੇ ਨਾਲ ਮਾਰੀ ਜਾਏ ਪਰ ਇਹ ਕੰਮ ਚੰਗਾ ਨਹੀਂ ਹੋ ਸਕਦਾ। ਜੀਵਨ ਦੇ ਅੰਦਰ ਹੋਰ ਜਿਤਨੇ ਵੀ ਵਿਕਾਰ ਨੇ ਉਹ ਮਾੜੇ ਕੰਮ ਨੇ, ਪਰ ਮਨੁੱਖ ਕਰੀ ਜਾ ਰਿਹਾ। ਇਸ ਕਰਕੇ ਬਾਬਾ ਫਰੀਦ ਜੀ ਇੱਕ ਗੱਲ ਕਹਿਣਾ ਚਾਹੁੰਦੇ ਨੇ ਕਿ ਆਪਣੇ ਜੀਵਨ ਵਿੱਚੋਂ ਉਹਨਾਂ ਮਾੜੇ ਕੰਮਾਂ ਨੂੰ ਛੱਡ ਜਿਨ੍ਹਾਂ ਕੰਮਾਂ ਦਾ ਤੇਰੀ ਜਿੰਦ ਨੂੰ ਕੋਈ ਲਾਭ ਨਹੀਂ ਹੈ, ਪਰ ਮਨੁੱਖ ਕਰੀ ਜਾ ਰਿਹਾ ਹੈ। ਗਾਲਿਬ ਨੇ ਬੜੇ ਕਮਾਲ ਦੇ ਵਿੱਚ ਲਿਖੇ, ਗਾਲਿਬ ਤੂਨੇ ਨਾ ਪੀਨੇ ਕੀ 100 ਬਾਰ ਕਸਮ ਖਾਈ, ਤੇਰੀ ਕਸਮ ਕਾ ਇਤਬਾਰ ਕਿਆ। ਬੰਦਾ ਗਲਤੀ ਕਰਦਾ, ਕਸਮ ਖਾ ਲੈਂਦਾ, ਇਹ ਕੰਮ ਮੈਂ ਨਹੀਂ ਕਰਨਾ। ਮਨੁੱਖ ਗਲਤੀ ਕਰਦਾ, ਕਸਮ ਖਾ ਲੈਂਦਾ, ਇਹ ਕੰਮ ਮੈਂ ਨਹੀਂ ਕਰਨਾ। ਤੇ ਗਾਲਿਬ ਕਹਿੰਦਾ ਹੈ ਕਿ ਮੈਂ ਵੀ 100 ਵਾਰ ਨਾ ਪੀਣ ਦੀ ਕਸਮ ਖਾਧੀ, ਅੱਜ ਤੋਂ ਬਾਅਦ ਨਹੀਂ ਪੀਣੀ। ਜਿਹੜੇ ਪੀਣ ਵਾਲੇ ਨੇ ਲੋਕ, ਉਹ ਜਿਸ ਦਿਨ ਪੀਂਦੇ ਨੇ ਕਹਿੰਦੇ ਅੱਜ ਲਾਸਟ ਵਾਰੀ, ਅੱਜ ਤੋਂ ਬਾਅਦ ਨਹੀਂ ਪੀਣੀ। ਅਗਲੇ ਦਿਨ ਸ਼ਾਮ ਚੜ੍ਹਦੀ ਹੈ, ਫਿਰ ਉਹ ਕਸਮ ਟੁੱਟ ਜਾਂਦੀ ਜਿਹੜੀ ਪਹਿਲਾ ਦਿਨ ਖਾਧੀ ਸੀ। ਤੇ ਗਾਲਿਬ ਕਹਿੰਦਾ, ਗਾਲਿਬ ਤੂਨੇ ਨਾ ਪੀਨੇ ਕੀ 100 ਵਾਰ ਕਸਮ ਖਾਈ, ਤੇਰੀ ਕਸਮ ਕਾ ਇਤਬਾਰ ਕਿਆ। ਗਾਲਿਬ ਕਹਿੰਦਾ, ਹੇ ਬੰਦੇ, ਤੂੰ ਨਾ ਪੀਣ ਦੀ 100 ਵਾਰ ਕਸਮ ਖਾਧੀ, ਹੁਣ ਤਾਂ ਤੇਰੀ ਕਸਮ ਦਾ ਵੀ ਕੋਈ ਭਰੋਸਾ ਨਹੀਂ ਰਿਹਾ ਵੀ ਤੂੰ ਕਸਮ ਖਾਧੀ ਹੈ ਤੂੰ ਪੂਰਾ ਉਤਰੇਗਾ। ਕਿਉਂਕਿ ਜਦੋਂ ਮਨੁੱਖ ਦੀ ਗਲਤ ਕਰਨ ਦੀ ਆਦਤ ਹੀ ਬਣ ਜਾਏ, ਗਲਤ ਕੰਮ ਮਨੁੱਖ ਕਰਨ ਲੱਗ ਪਵੇ, ਖਿਆਲ ਕਰਨਾ ਉਹਦੀ ਆਦਤ ਐਸੀ ਬਣ ਜਾਂਦੀ ਹੈ, ਫਿਰ ਉਹ ਕਦੀ ਚੰਗੇ ਵਾਲੇ ਪਾਸੇ ਨਹੀਂ ਜਾਂਦਾ। ਉਹ ਕਈ ਵਾਰੀ ਗਲਤ ਕੰਮ ਕਰਨ ਤੋਂ ਬਾਅਦ ਕਸਮਾਂ ਖਾ ਲੈਂਦਾ ਹੈ। ਗਾਲਿਬ ਕਹਿੰਦਾ ਉਸ ਬੰਦੇ ਦੀ ਕਸਮ ਦਾ ਵੀ ਕੋਈ ਭਰੋਸਾ ਨਹੀਂ, ਕਿਉਂਕਿ ਹਰ ਵਾਰ ਪੀਣ ਤੋਂ ਬਾਅਦ ਕਸਮ ਖਾ ਲਈ, ਅੱਜ ਤੋਂ ਬਾਅਦ ਇਹ ਕੰਮ ਨਹੀਂ ਕਰਨਾ। ਔਰ ਕਿਤਨੇ ਲੋਕ ਨੇ ਗੁਸਤਾਖੀ ਮਾਫ, ਜਿਹੜੇ ਕਿ ਗੁਰੂਆਂ ਦੀ, ਪੀਰਾਂ ਦੀ, ਮਾਤਾ ਪਿਤਾ ਦੀ, ਆਪਣੇ ਬੱਚਿਆਂ ਦੀ ਕਸਮਾਂ ਖਾਂਦੇ ਨੇ, ਅੱਜ ਤੋਂ ਬਾਅਦ ਇਹ ਮਾੜਾ ਕੰਮ ਨਹੀਂ ਕਰਨਾ, ਫਿਰ ਕਰੀ ਜਾਂਦੇ ਨੇ, ਫਿਰ ਕਰੀ ਜਾਂਦੇ ਨੇ। ਇਸ ਕਰਕੇ ਬਾਬਾ ਫਰੀਦ ਜੀ ਉਹਨਾਂ ਦੇ ਲਈ ਇੱਕ ਪ੍ਰੇਰਨਾ ਕਰ ਰਹੇ ਨੇ, ਫਰੀਦਾ ਜਿੰਨੀ ਕੰਮੀ ਨਾਹੀਂ ਗੁਣ ਤੇ ਕੰਮੜੇ ਵਿਸਾਰ। ਜਿਨ੍ਹਾਂ ਕੰਮਾਂ ਦੇ ਵਿੱਚ ਕੋਈ ਤੈਨੂੰ ਲਾਭ ਨਹੀਂ ਹੈ, ਉਹ ਜਿਹੜੇ ਕੋਝੇ ਕੰਮ ਨੇ, ਜਿਨ੍ਹਾਂ ਕੰਮਾਂ ਨੂੰ ਤੇਰੀ ਜਿੰਦ ਨੂੰ ਕੋਈ ਲਾਭ ਨਹੀਂ ਪਹੁੰਚਿਆ, ਤੇਰੇ ਪਰਿਵਾਰ ਨੂੰ ਕੋਈ ਲਾਭ ਨਹੀਂ ਪਹੁੰਚਿਆ, ਸੰਸਾਰ ਨੂੰ ਉਸ ਦਾ ਕੋਈ ਲਾਭ ਨਹੀਂ ਹੈ, ਉਹ ਕੰਮ ਛੱਡ ਦੇ। ਪਰ ਅੱਜ ਦੇ ਜ਼ਮਾਨੇ ਵਿੱਚ ਗੁਸਤਾਖੀ ਮੁਆਫ ਹੈਰਾਨੀ ਹੈ ਕਿ ਮਨੁੱਖ ਬਾਰ-ਬਾਰ ਮਾੜਾ ਕੰਮ ਕਰੀ ਜਾ ਰਿਹਾ ਹੈ ਔਰ ਫਿਰ ਦੋਸ਼ ਦੂਜੇ ਨੂੰ ਦਿੰਦਾ ਹੈ, ਪਰਮਾਤਮਾ ਨੂੰ ਦਿੰਦਾ ਹੈ, ਪਰਿਵਾਰ ਨੂੰ ਦਿੰਦਾ ਹੈ। ਕਦੀ ਵੀ ਬੰਦਾ ਆਪਣੀ ਗਲਤੀ ਮੰਨਣ ਵਾਸਤੇ ਤਿਆਰ ਨਹੀਂ ਹੈ। ਔਰ ਅੱਜ ਤਾਂ ਮਾਹੌਲ ਇਤਨਾ ਖਰਾਬ ਹੋਇਆ ਗੁਸਤਾਖੀ ਮਾਫ ਕਿ ਅਸੀਂ ਗੁਰੂ ਘਰਾਂ ਦੇ ਵਿੱਚ ਵੀ, ਗੁਰੂ ਦੀ ਹਜ਼ੂਰੀ ਦੇ ਵਿੱਚ ਵੀ ਉਹ ਕੰਮ ਕਰਦੇ ਪਏ ਹੁੰਦੇ ਆ ਜਿਹੜਾ ਕੰਮ ਗੁਰੂ ਰੋਕਦਾ ਹੈ। ਇੱਕ ਦਿਨ ਮੈਂ ਲੰਘਿਆ ਜਾ ਰਿਹਾ ਸੀ ਤੇ ਕਿਸੇ ਗੁਰਸਿੱਖ ਨੂੰ ਤਾਬੇ ਤੇ ਬੈਠੇ ਵੇਖਿਆ ਤੇ ਹੈਰਾਨੀ ਹੋਈ ਕਿ ਉਹ ਬੜਾ ਲੰਬਾ ਚਿਰ ਪਾਠ ਵੀ ਕਰ ਰਿਹਾ ਤੇ ਨਾਲ ਮੋਬਾਈਲ ਵੀ ਚਲਾ ਰਿਹਾ। ਸਾਧ ਸੰਗਤ, ਮਨ ਦੇ ਅੰਦਰ ਆਇਆ ਕਿ ਇਤਨਾ ਵੱਡਾ ਪਾਪ, ਇਤਨਾ ਵੱਡਾ ਗੁਨਾਹ ਕਿ ਜਿਸ ਨੂੰ ਤੂੰ ਰੱਬ ਮੰਨਦਾ ਹੋਵੇਂ, ਜਿਸ ਨੂੰ ਤੂੰ ਗੁਰੂ ਮੰਨਦਾ ਹੋਵੇਂ, ਆਪਣਾ ਪੀਰ ਮੰਨਦਾ ਹੋਵੇਂ, ਤੇ ਤੇਰੇ ਅੰਦਰ ਇਤਨੀ ਹਿੰਮਤ ਆ ਗਈ ਕਿ ਉਸ ਦੀ ਹਜ਼ੂਰੀ ਦੇ ਵਿੱਚ ਵੀ ਉਹ ਕੰਮ ਕਰਨਾ ਜਿਹੜਾ ਨਹੀਂ ਕਰਨਾ ਚਾਹੀਦਾ।
ਔਰ ਐਸੇ ਕੰਮ ਅਸੀਂ ਪਤਾ ਨਹੀਂ ਕਿਤਨੇ ਕਰ ਰਹੇ ਹੁੰਦੇ ਹਾਂ। ਆਉਂਦੇ ਹਾਂ ਗੁਰਦੁਆਰੇ ਮੱਥਾ ਟੇਕਣ ਵਾਸਤੇ ਤੇ ਬਹੁਤੀ ਸੰਗਤ ਤਾਂ WhatsApp ਹੀ ਚਲਾ ਰਹੀ ਹੁੰਦੀ ਹੈ, Facebook ਹੀ ਇੱਥੇ ਚਲਾ ਰਹੀ ਹੁੰਦੀ ਹੈ, ਮੈਸੇਜ ਹੀ ਲੋਕ ਕਰ ਰਹੇ ਹੁੰਦੇ ਨੇ, ਨਾ ਕਥਾ ਸੁਣਦੇ, ਨਾ ਪਾਠ ਸੁਣਦੇ, ਨਾ ਕੀਰਤਨ ਸੁਣਦੇ, ਬਸ ਮੈਸੇਜ ਭੇਜੀ ਜਾ ਰਹੇ ਨੇ ਇੱਕ ਦੂਜੇ ਨੂੰ। ਖਿਆਲ ਕਰਨਾ ਇਸ ਕੰਮ ਦਾ ਕੋਈ ਲਾਭ ਹੋਏਗਾ ਕਿ ਜਿਹੜਾ ਬੰਦਾ ਇਸ ਦਰਗਾਹ ਦੇ ਵਿੱਚ ਬੈਠ ਕੇ, ਇਸ ਹਜ਼ੂਰੀ ਵਿੱਚ ਬੈਠ ਕੇ, ਗੁਰੂ ਦੀ ਵਾਰਗਾਹ ਵਿੱਚ ਬੈਠ ਕੇ ਆਪਣੇ ਆਪ ਨੂੰ ਇਹਨਾਂ ਕੰਮਾਂ ਤੋਂ ਨਹੀਂ ਵਰਜ ਸਕਿਆ, ਤੇ ਮੈਨੂੰ ਆਸ ਨਹੀਂ ਕਿ ਐਸਾ ਮਨੁੱਖ ਕਦੀ ਜੀਵਨ ਨੂੰ ਤਬਦੀਲ ਕਰ ਸਕਦਾ ਹੈ। ਭਾਵੇਂ ਇਸ ਮਨੁੱਖ ਦੀ ਤਰਕ ਹੋਏਗੀ ਕਿ ਮੈਂ ਤਾਂ ਜੀ ਮਾੜੇ ਕੰਮ ਨਹੀਂ ਕਰਦਾ। ਅਰਜੁਨ ਦਾ ਪੜਪੋਤਰਾ ਸੀ ਰਾਜਾ ਜਨਮੇਜੈ, ਉਸਨੇ ਕਿਹਾ ਸਾਡੇ ਵੱਡਿਆਂ ਨੇ, ਪਾਂਡਵਾਂ ਨੇ ਚੰਗਾ ਨਹੀਂ ਕੀਤਾ, ਉਹਨਾਂ ਨੇ ਇਹ ਗਲਤੀਆਂ ਕੀਤੀਆਂ, ਉਹਨਾਂ ਨੇ ਇਹ ਗਲਤੀਆਂ ਕੀਤੀਆਂ। ਤੇ ਉਸਦੇ ਕੁਲਗੁਰੂ ਨੇ ਕਿਹਾ ਸੀ ਗਲਤੀਆਂ ਤੂੰ ਵੀ ਕਰੇਂਗਾ ਤੇ ਤੈਨੂੰ ਵੀ ਸਜ਼ਾ ਭੋਗਣੀ ਪੈਣੀ। ਕਹਿੰਦੇ ਮੈਂ ਨਹੀਂ ਕਰਦਾ, ਕੀਤੀਆਂ ਸਜ਼ਾ ਭੋਗੀ। ਇਸ ਨੂੰ ਹੀ ਬਾਣੀ ਆਖਦੀ ਹੈ, ਕਬੀਰ ਮਨ ਜਾਣੈ ਸਭ ਬਾਤ, ਜਾਣਤ ਹੀ ਔਗਣ ਕਰੈ, ਕਾਹੇ ਕੀ ਕੁਸਲਾਤ, ਹਾਥ ਦੀਪ ਕੂਏ ਪਰੈ। ਬੰਦਾ ਸੁੱਖ ਲੱਭ ਰਿਹਾ ਹੈ, ਆਨੰਦ ਲੱਭ ਰਿਹਾ ਹੈ, ਪਰ ਸੁੱਖ ਕਿੱਥੇ ਲੱਭਣਾ ਹੈ ਜਦੋਂ ਕਿ ਹੱਥ ਦੇ ਅੰਦਰ ਦੀਵਾ ਹੈ, ਗਿਆਨ ਹੈ ਇਹਨਾਂ ਚੀਜ਼ਾਂ ਦਾ, ਫਿਰ ਵੀ ਮਨੁੱਖ ਖੋਜ ਡਿੱਗ ਰਿਹਾ ਹੈ। ਗੁਰਬਾਣੀ ਕਹਿ ਰਹੀ ਹੈ, ਦੱਦੈ ਦੋਸ ਨਾ ਦੇਉ ਕਿਸੈ, ਦੋਸ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰ ਜਨਾ। ਅਸੀਂ ਦੂਜੇ ਨੂੰ ਦੋਸ਼ੀ ਠਹਿਰਾਉਂਦੇ ਹਾਂ। ਔਰ ਗੁਸਤਾਖੀ ਮਾਫ ਗੁਰਬਾਣੀ ਕਹਿੰਦੀ ਹੈ, ਕਿਸੇ ਨੂੰ ਦੋਸ਼ ਦੇਣ ਦੀ ਲੋੜ ਨਹੀਂ, ਤੇਰੇ ਆਪਣੇ ਕਰਮ ਨੇ, ਆਪਣੇ ਕਰਮਾਂ ਨੂੰ ਸੁਧਾਰ ਲੈ, ਆਪਣੇ ਕਰਮਾਂ ਨੂੰ ਚੰਗਾ ਕਰ ਲੈ, ਆਪਣੇ ਕਰਮਾਂ ਨੂੰ ਤਬਦੀਲ ਕਰ ਲੈ। ਔਰ ਮੈਂ ਇੱਕ ਬੇਨਤੀ ਕਰਾਂ, ਆਪਣੇ ਕਰਮ ਤਬਦੀਲ ਹੋਣਗੇ ਉਸ ਦਿਨਾਂ ਜਿਸ ਤਰ੍ਹਾਂ ਅਸੀਂ ਮਾੜੇ ਕੰਮ ਛੱਡਣੇ ਸ਼ੁਰੂ ਕਰਾਂਗੇ। ਦੋ ਚੀਜ਼ਾਂ ਨੇ ਜੀਵਨ 'ਚ ਧਿਆਨ ਕਰਨਾ, ਜੀਵਨ ਬਦਲੇਗਾ ਕਿਵੇਂ? ਜਾਂ ਤਾਂ ਚੰਗੇ ਕੰਮ ਕਰਨੇ ਸ਼ੁਰੂ ਕਰ ਦਈਏ, ਮਾੜੇ ਕੰਮ ਆਪੇ ਅਲੋਪ ਹੋ ਜਾਣਗੇ, ਜਾਂ ਫਿਰ ਮਾੜੇ ਕੰਮ ਛੱਡਣੇ ਸ਼ੁਰੂ ਕਰ ਦਈਏ, ਚੰਗੇ ਕੰਮ ਆਪੇ ਪ੍ਰਗਟ ਹੋ ਜਾਣਗੇ। ਹੋਰ ਕੋਈ ਤੀਜਾ ਤਰੀਕਾ ਨਹੀਂ ਦੁਨੀਆ ਦੇ ਅੰਦਰ। ਬਸ ਇਹ ਤਰੀਕਾ, ਜਾਂ ਤਾਂ ਮਾੜੇ ਕੰਮ ਕਰਨੇ ਛੱਡ ਦਈਏ, ਚੰਗੇ ਕੰਮ ਆਪਣੇ ਆਪ ਸ਼ੁਰੂਆਤ ਹੋ ਜਾਵੇਗੀ। ਮਾੜੀ ਸੰਗਤ ਛੱਡ ਦਈਏ, ਮੈਂ ਗਾਰੰਟੀ ਨਾਲ ਕਹਿ ਸਕਦਾ ਕਿ ਮਨੁੱਖ ਫਿਰ ਚੰਗੀ ਸੰਗਤ ਕਰੇਗਾ, ਚੰਗੀ ਸੰਗਤ ਕਰੇਗਾ। ਕਿਉਂਕਿ ਮਾੜੀ ਸੰਗਤ ਕਰਦਾ ਸੀ, ਹੁਣ ਉਹ ਛੱਡ ਦਿੱਤੀ ਹੈ, ਤੇ ਇਸ ਮਨੁੱਖ ਦੀ ਇੱਕ ਮਜਬੂਰੀ ਹੈ ਕਿ ਇਸ ਸੰਗਤ ਤੋਂ ਬਿਨਾਂ ਨਹੀਂ ਰਹਿ ਸਕਦਾ, ਇਹ ਸਤਸੰਗ ਤੋਂ ਬਿਨਾਂ ਨਹੀਂ ਰਹਿ ਸਕਦਾ। ਇਸ ਨੂੰ ਕੋਈ ਸਾਥੀ ਚਾਹੀਦਾ ਹੈ, ਇਹਨੂੰ ਕੋਈ ਸੰਗੀ ਚਾਹੀਦਾ ਹੈ। ਤੇ ਜਦੋਂ ਮਾੜਿਆਂ ਦਾ ਸੰਗ ਛੱਡੇਗਾ ਤੇ ਆਪਣੇ ਆਪ ਇਹ ਚੰਗਿਆਂ ਦੀ ਸੰਗਤ 'ਚ ਬੈਠੇਗਾ। ਔਰ ਚੰਗਿਆਂ ਦੀ ਸੰਗਤ 'ਚ ਬੈਠਣ ਦੀ ਦੇਰ ਹੈ, ਬਸ ਚੰਗੇ ਇਸ ਦੀ ਬੇੜੀ ਨੂੰ ਪਾਰ ਕਰ ਦੇਣਗੇ। ਮਾੜਿਆਂ ਦੀ ਸੰਗਤ ਵਿੱਚ ਬੇੜੀ ਡੁੱਬ ਰਹੀ ਸੀ, ਪਰ ਚੰਗਿਆਂ ਦੀ ਸੰਗਤ ਵਿੱਚ ਬੈਠੇਗਾ, ਬੇੜੀ ਪਾਰ ਹੋ ਜਾਏਗੀ। ਇਸ ਕਰਕੇ ਬਾਬਾ ਫਰੀਦ ਜੀ ਅੱਜ ਸਾਨੂੰ ਵਾਸਤਾ ਪਾ ਕੇ ਕਹਿ ਰਹੇ ਨੇ ਕਿ ਜੀਵਨ ਵਿੱਚੋਂ ਉਹ ਕੰਮ ਛੱਡ ਦੇ ਜਿਨ੍ਹਾਂ ਕੰਮਾਂ ਵਿੱਚੋਂ ਤੇਰੀ ਜਿੰਦ ਨੂੰ ਕੋਈ ਲਾਭ ਨਹੀਂ ਹੈ। ਔਰ ਅਸੀਂ ਬਹੁਤੇ ਕੰਮ ਉਹ ਕਰ ਰਹੇ ਹਾਂ ਜਿਹੜੇ ਜਿੰਦ ਵਾਸਤੇ ਲਾਭਦਾਇਕ ਨਹੀਂ ਹਨ। ਇਸ ਕਰਕੇ ਹੀ ਅਸੀਂ ਜਦੋਂ ਆਨੰਦ ਸਾਹਿਬ ਪੜ੍ਹਦੇ ਹਾਂ, ਉੱਥੇ ਮਹਾਰਾਜ ਕਹਿੰਦੇ ਨੇ, ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੇ, ਨਾਹੀਂ ਤੇਰੇ ਨਾਲੇ ਸਾਥ ਤੇਰੇ ਚੱਲੇ, ਨਾਹੀਂ ਤਿਸ ਨਾਲ ਕਿਉਂ ਚਿਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪਛੋਤਾਈਏ। ਸਾਧੂ ਕਹਿੰਦੇ ਉਹ ਕੰਮ ਭੁੱਲ ਕੇ ਨਾ ਕਰ ਜਿਹਨੂੰ ਕਰਕੇ ਅੰਤ ਪਛਤਾਵਾ ਕਰਨਾ ਪਵੇ। ਬੰਦਾ ਚੋਰੀ ਤਾਂ ਕਰ ਲੈਂਦਾ, ਪਛਤਾਵਾ ਕਰਦਾ, ਠੱਗੀਆਂ ਤਾਂ ਮਾਰ ਲੈਂਦਾ, ਪਛਤਾਵਾ ਕਰਦਾ, ਨਸ਼ੇ ਤਾਂ ਕਰ ਲੈਂਦਾ, ਪਛਤਾਵਾ ਕਰਦਾ। ਮਨੁੱਖ ਆਪਣੇ ਮੁਖ ਤੋਂ ਮਾੜੇ ਬੋਲ ਬੋਲ ਲੈਂਦਾ, ਬਾਅਦ ਦੇ ਵਿੱਚ ਪਛਤਾਵਾ ਕਰਦਾ। ਸਰੀਰ ਤੋਂ ਮਾੜਾ ਕੰਮ ਕਰ ਲੈਂਦਾ, ਪਛਤਾਵਾ ਕਰਦਾ। ਸਤਿਗੁਰੂ ਜੀ ਨੇ ਨਿਰਣਾ ਦੇ ਦਿੱਤਾ, ਸਿਖਾ ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪਛੋਤਾਈਏ। ਉਹ ਕੰਮ ਭੁੱਲ ਕੇ ਨਾ ਕਰੀ ਜਿਹਨੂੰ ਕਰਕੇ ਪਛਤਾਵਾ ਹੋਵੇ। ਔਰ ਦੁਨੀਆ ਦਾ ਕੋਈ ਮਾੜਾ ਕੰਮ ਐਸਾ ਨਹੀਂ ਜਿਸ ਨੂੰ ਕਰਕੇ ਮਨੁੱਖ ਦੇ ਅੰਦਰ ਇੱਕ ਦਿਨ ਪਛਤਾਵੇ ਦਾ ਜਨਮ ਨਹੀਂ ਹੁੰਦਾ। ਕਾਸ਼ ਮੈਂ ਉਸ ਵੇਲੇ ਮਾੜਾ ਨਾ ਕਰਦਾ ਤੇ ਅੱਜ ਇਹ ਦਿਨ ਨਾ ਦੇਖਣੇ ਪੈਂਦੇ। ਪਤਾ ਨਹੀਂ ਕਿਤਨੇ ਲੋਕਾਂ ਦੇ ਦਾਸ ਨੂੰ ਫੋਨ ਆਉਂਦੇ ਨੇ ਜਿਹੜੇ ਨਾਲ ਪੜ੍ਹੇ, ਉਹ ਕਹਿੰਦੇ ਤੁਹਾਡੀ ਤਰ੍ਹਾਂ ਕਿਤੇ ਅਸੀਂ ਵੀ ਪੜ੍ਹ ਲੈਂਦੇ ਤੇ ਕੁਛ ਬਣ ਜਾਣਾ ਸੀ। ਉਸ ਵੇਲੇ ਅਸੀਂ ਐਸ ਪ੍ਰਸਤੀਆਂ 'ਚ ਲੱਗੇ ਰਹੇ, ਉਸ ਵੇਲੇ ਖੇਡਾਂ 'ਚ ਲੱਗੇ ਰਹੇ, ਹੋਰ ਪਾਸੇ ਤੁਰੇ ਰਹੇ, ਉਸ ਵੇਲੇ ਕਿਤਾਬ ਉਠਾ ਕੇ ਨਹੀਂ ਵੇਖੀ ਕਦੀ।
उस वेले आख्या कोई नहीं, देखा जाएगा जो होवेगा। कहते काश असी भी उतना टाइम दे देंगे विद्या वास्ते, पढ़ाई वास्ते, तो अज साड़ी जिंदगी भी सफल ही होंदी। उस वेले काम नहीं किया पर पछतावा अज, उस वेले वो जो करना चाहिए सी वो नहीं किया। इस करके गुरबाणी आखदी है जदों जिस काम का समा होवे उस वेले वो काम कर, क्योंकि वो समा लंघ गया फिर मुड़ तेरे हथ नहीं आना। अज तक किसी के हथ नहीं जे आया। और जिहड़े बाबा फरीद जी इत्थे गल कर रहे हैं, ये बहुत वड्डी गल है जीवन की। भावें वो तेरे बोल होण, बोल सोच के बोल, भावें तू गलत सुनता होवें ते वो चीज़ां नूं सुननी छड्ड दे, तू गलत रस्ते ते जांदा होवें उस रस्ते नूं छड्ड दे। क्योंकि कई बंदे शाम का वक्त हुंदा है ते उन्हां दी लत्तां अपने आप ठेके वल जांदियां। कई बंदे पूरा दिन गंदमंद कन्नां तो सुनते हैं, अखां तो पूरा दिन गंदमंद वेखते हैं, हर वेले गंदमंद वेखते हैं। बाबा फरीद कहते ये काम छड्ड दे, क्योंकि इन्हां कामां दा तेरी जिंद नूं कोई लाभ नहीं है। असी अपने कीते कर्मां दा ही भोगदे हाँ। इस करके सतगुर आखदे ने कि जित सेविए सुख पाइए सो साहिब सदा संभालिए, जित कीता पाइए आपना सा घाल, बुरी क्यों घालिए मन दा मूल ना कीचे, दे लंबी नदर निहालिए जो साहिब नाल ना हारिए, ते वेहा पासा टालिए किस लाहे उपर घालिए। सतगुर ने सानू अगाह किया भी जिन्हां कामां नूं करके दुख पहुंचे, जे कीते हुए कामां दा फल तैनूं ही भोगना पैना है, तैनूं ही उन्हां कामां दा दुख देखना पैना है, ते वो काम ना कर। पर उस वेले मनुख अज्ञानता विच हुंदा है। जिहड़ी गल पिछे बाबा जी ने सानू समझाई सी कि मनुख संसार दे नाल चित ला के रखदा है, उसनूं मौत भुल्ली होई है। इस करके वो काम कर रहा है जिहड़े काम इहदे जिंद दे मददगार नहीं बनते। वो सारे काम मनु कर रहा है जिहड़े कामां च उसनूं कोई लाभ नहीं है। अगले वचन कीते बाबा साहब जी ने, मत सरबंदा थी मई साईं दे दरबार। मता खसम परमात्मा दे दरबार दे विच सरबंदा होना पे। और सच जानना कई बारी मनुख अपने कीते कर्मां तो आप उसनों शर्मिंदा इत्थे भी होना पैंदा है। जो बंदा कोई ऐसा काम कर लैंदा ना, आप ही शर्मिंदा लोगों के सामने हुंदा है। ते दरगाह दे विच परमात्मा दे घर विच उत्थे शर्मिंदगी महसूस होवे जदों रब ने पूछना ना, कहाँ तै खटिया कहाँ गवाया, चलो सिताब दीवान बुलाया। उस वेले परमात्मा ने पूछना की खट के लैके आए, की कमाई कीती है, कितने माड़े काम कीते ने, कितने चंगे काम कीते ने। तो उस वेले जो रब ने दसना भी ये भी माड़ा, ये भी माड़ा, ये भी माड़ा, ये भी माड़ा, फिर पछतावा होना कोई चंगा कीता ही नहीं। और अज दा मनुख इस माया दे विच इतना गलतान हो गया कि इसनूं इस गल दी सोझी भी भुल गई है। हुण तां तरक बिरक बंदे कोल रह गई है। किन्ने देखे ने जम, कित्थे हुंदा धर्म राजा, कौन लेखा करेगा, इत्थे ही सब कुछ है। गुस्ताखी माफ जे गुरु नानक आख रहे ने ते वो गल सत है। या तो गुरु नानक ते किसी सिख नूं शंका होवे तां कह सकदा है कि गुरु नानक पासा तुसी जिहड़ी ये गल आखी है, नानक आखै रे मना सुनिए सिख सही, लेखा रब मंगेसिया बैठा कढ़ बई। सिख कहे कि मैं तो ये गल मनदा ही नहीं, तो गुस्ताखी मां फिर सिख जिहड़ा वो सिख नहीं रह जाता, जिहड़ा अपने गुरु दे उत्ते शंका खड़ा करदा है, शक खड़ा करदा है। और बहुते सिख ने जिहड़े गुरबाणी दे उत्ते, गुरु दे जीवन दे उत्ते शक करते हैं। और सिखी दास बेनती करे, संके दे विचों सिखी दा जन्म कदी भी नहीं होना। सिख कदी भी संके विचों सिख नहीं बन सकता। कोई तरकी बन सकता है। और अज बहुते लोग तर्क ते खलोते हुए ने। पर गुरु नानक पातशाह तां ये भी कहते हैं कि जेता मोह परीत स्वाद, सब्बां कालख दागां दाग, दाग दोष मोह चलिया लाहे, दरगाह वैसन
ਨਾਹੀ ਜਾਏ। ਤੈਨੂੰ ਦਰਗਾਹ ਦੇ ਵਿੱਚ ਥਾਂ ਨਹੀਂ ਮਿਲਣੀ ਜਦੋਂ ਦਾਗੀ ਦੋਸ਼ੀ ਹੋਏਗਾ, ਹੋ ਕੇ ਜਾਏਗਾ। ਉਹਨਾਂ ਬਾਬਤ ਕਹਿ ਰਹੇ ਹਨ। ਹੁਣ ਤੁਸੀਂ ਕਹੋਗੇ ਸਾਨੂੰ ਕਿਵੇਂ ਪਤਾ ਕਿ ਇਹ ਕੰਮ ਦਾਗੀ ਵਾਲੇ ਨੇ ਤੇ ਇਹ ਪਵਿੱਤਰ ਨੇ, ਇਹ ਸਾਡੇ ਦਾਗ ਲਾਉਣ ਵਾਲੇ ਨੇ? ਤੇ ਇਹ ਵੀ ਜੀਵਨ 'ਚ ਗੱਲ ਪੱਕੀ ਕਰ ਲੈਣਾ ਕਿ ਇਹ ਚੀਜ਼ਾਂ ਕੇਵਲ ਕਹਿਣ ਮਾਤਰ ਨਹੀਂ ਹੈ। ਪਾਪੀ ਪੁੰਨੀ ਆਖਣ ਨਾਹੇ, ਕਰ ਕਰ ਕਰਨਾ ਲਿਖ ਲੈ ਜਾਓ। ਇਹ ਸਿਰਫ ਆਖਣ ਦੀਆਂ ਗੱਲਾਂ ਨਹੀਂ ਵੀ ਇਹ ਪਾਪ ਹੈ ਤੇ ਇਹ ਪੁੰਨ ਹੈ। ਜੋ ਕੰਮ ਕਰ ਰਹੇ ਆ ਉਹ ਲਿਖ ਕੇ ਲੈ ਜਾ ਰਹੇ ਨੇ। ਇਸ ਗੱਲ ਨੂੰ ਹੋਰ ਥੋੜ੍ਹੀ ਖੋਲ ਕੇ ਅੱਗੇ ਚੱਲਾਂ। ਹੁਣ ਬੰਦਾ ਕਹਿੰਦਾ ਹੈ ਕਿ ਜੋ ਮੈਂ ਕਰ ਰਿਹਾ ਉਹ ਅੱਗੇ ਜਾਣਾ ਹੈ, ਪਰ ਬਹੁਤੇ ਬੰਦਿਆਂ ਦਾ ਤਰਕ ਹੋਏਗਾ ਜੀ ਮੈਂ ਤਾਂ ਸਤਸੰਗਤ ਵਿੱਚ ਰਹਿਣਾ, ਮੈਂ ਤਾਂ ਗੁਰੂ ਦੇ ਘਰ ਵਿੱਚ ਬਹਿਣਾ, ਗੁਰੂ ਦੀ ਹਜ਼ੂਰੀ ਵਿੱਚ ਬਹਿਣਾ। ਮੇਰੇ ਵਰਗਾ ਬੰਦਾ ਕਹਿ ਸਕਦਾ ਹੈ। ਹੁਣ ਗੁਰੂ ਸਾਹਿਬ ਨੇ ਜਿਹੜਾ ਅੱਖਰ ਵਰਤਿਆ ਕਿ ਕਰ ਕਰ ਕਰਨਾ ਲਿਖ ਲੈ ਜਾਓ, ਇਸ ਦਾ ਅਰਥ ਕੀ ਹੈ? ਇਸ ਦਾ ਅਰਥ ਇਹ ਹੈ ਕਿ ਜੋ ਤੂੰ ਮਨ ਕਰਕੇ ਕਰ ਰਿਹਾ, ਜੋ ਤਨ ਕਰਕੇ ਕਰ ਰਿਹਾ, ਉਹ ਤੇਰੇ ਮਨ 'ਚ ਲਿਖਿਆ ਜਾ ਰਿਹਾ ਹੈ। ਉਹ ਜਿਹੜਾ ਮਨ 'ਚ ਲਿਖਿਆ ਜਾ ਰਿਹਾ ਉਹ ਤੂੰ ਨਾਲ ਲੈ ਕੇ ਜਾਏਗਾ, ਉਹੀ ਤੇਰੇ ਨਾਲ ਜਾਣਾ ਹੈ। ਤੇ ਗੁਸਤਾਖੀ ਮਾਫ, ਮੈਂ ਕਿਸੇ ਦੀ ਚੋਰੀ ਕਰ ਰਿਹਾ ਹਾਂ, ਮਨ ਪੂਰਨ ਇਕਾਗਰ ਹੈ, ਇਹ ਲਿਖਿਆ ਜਾਏਗਾ, ਚੋਰੀ ਨਾਲ ਜਾਏਗੀ। ਮੈਂ ਠੱਗੀ ਮਾਰ ਰਿਹਾ ਕਿਸੇ ਦੀ ਔਰ ਮਨ ਇਕਾਗਰ ਹੈ, ਠੱਗੀ ਨਾਲ ਜਾਏਗੀ। ਮੈਂ ਕਿਸੇ ਦਾ ਬੁਰਾ ਕਰ ਰਿਹਾ, ਮਨ ਇਕਾਗਰ ਹੈ, ਇਹ ਬੁਰਾਈ ਨਾਲ ਜਾਏਗੀ। ਪਰ ਮੈਂ ਪਾਠ ਕਰ ਰਿਹਾ ਤੇ ਮਨ ਇੱਥੇ ਹੈ ਨਹੀਂ। ਸਰੀਰ ਭਾਵੇਂ ਪਾਠ ਕਰ ਰਿਹਾ ਬੈਠ ਕੇ ਗੁਰਦੁਆਰੇ, ਭਾਵੇਂ ਗੁਰਦੁਆਰੇ ਵਿੱਚ ਬੈਠਾ ਹੋਇਆ ਸਰੀਰ, ਪਰ ਅੰਦਰ ਵਿਚਾਰ ਪਾਪ ਦੀ ਚੱਲ ਰਹੀ ਹੈ, ਵਿਵਚਾਰ ਦੀ ਚੱਲ ਰਹੀ ਹੈ, ਰੂਪ ਰੰਗ ਤੋਂ ਪ੍ਰਭਾਵਿਤ ਹੋਇਆ ਸਿੱਖ। ਤੇ ਗੁਸਾਖੀ ਮਾਫ ਗੁਰਸਿੱਖੋ, ਫਿਰ ਇਹ ਜੋ ਕੁਝ ਲੈ ਕੇ ਜਾਏਗਾ ਉਹ ਕੇਵਲ ਪਾਪ ਲੈ ਕੇ ਜਾਏਗਾ, ਕਿਉਂਕਿ ਪਾਠ ਲਿਖਿਆ ਨਹੀਂ ਗਿਆ, ਸਤਸੰਗ ਲਿਖਿਆ ਨਹੀਂ ਗਿਆ। ਕਿਉਂਕਿ ਚੰਗੇ ਕੰਮ ਵਿੱਚ ਮਨੁੱਖ ਦਾ ਮਨ ਟਿਕਦਾ ਹੀ ਨਹੀਂ। ਉਚਾਰਨ ਕਰੋ ਸਤਨਾਮ। ਮਾੜੇ ਕੰਮ 'ਚ ਮਨੁੱਖ ਦਾ ਮਨ ਟਿਕਦਾ। ਕਿਸੇ ਬੰਦੇ ਨੂੰ ਕਹੋ ਕਿ ਕਥਾ ਵਿੱਚ ਬੈਠ, ਕਹਿੰਦਾ ਮਨ ਨਹੀਂ ਟਿਕਦਾ। ਆਖੋ ਕੀਰਤਨ 'ਚ ਬੈਠ ਜੀ, ਮਨ ਨਹੀਂ ਟਿਕਦਾ। ਪਾਠ ਵਿੱਚ ਬੈਠ, ਮਨ ਨਹੀਂ ਟਿਕਦਾ। ਤੇ ਜਿਹਦੇ ਵਿੱਚ ਮਨ ਨਾ ਟਿਕੇ, ਗੁਸਤਾਖੀ ਮਾਫ, ਉਹ ਕੰਮ ਮਨ 'ਚ ਨਹੀਂ ਲਿਖਿਆ ਜਾਂਦਾ। ਔਰ ਜੇ ਮਨ 'ਚ ਨਹੀਂ ਲਿਖਿਆ ਜਾਂਦਾ ਤੇ ਉੱਥੇ ਜਾਂਦਾ ਵੀ ਨਹੀਂ। ਮਨ 'ਚ ਪਾਪ ਲਿਖਿਆ ਜਾਂਦਾ, ਪਾਪ ਨਾਲ ਜਾਂਦਾ ਹੈ। ਪੁੰਨ ਨਹੀਂ ਲਿਖਿਆ ਜਾਂਦਾ, ਇਸ ਕਰਕੇ ਪੁੰਨ ਨਹੀਂ ਜਾਂਦਾ। ਔਰ ਅਸੀਂ ਸਾਰੇ ਆਪਣੇ ਆਪ ਦੀ ਪਰਚੋਲ ਕਰਕੇ ਵੇਖਾਂਗੇ, ਪਤਾ ਚੱਲੇਗਾ ਕਿ ਇਸ ਮਨ ਦੀ ਫੱਟੀ ਤੇ ਪਾਪ ਹੀ ਪਾਪ ਲਿਖੇ ਨੇ, ਪੁੰਨ ਤਾਂ ਕਦੀ ਲਿਖਿਆ ਹੀ ਨਹੀਂ ਗਿਆ, ਕਿਉਂਕਿ ਪੁੰਨ ਵਿੱਚ ਕਦੀ ਮਨ ਟਿਕਿਆ ਹੀ ਨਹੀਂ, ਚੰਗੇ ਕੰਮ 'ਚ ਕਦੀ ਮਨ ਟਿਕਿਆ ਹੀ ਨਹੀਂ। ਔਰ ਜਿਤਨੀ ਸਾਵਧਾਨੀ ਨਾਲ ਮਨੁੱਖ ਨਿੰਦਾ ਸੁਣਦਾ ਹੈ, ਉਤਨੀ ਸਾਵਧਾਨੀ ਨਾਲ ਸਤਸੰਗ ਨਹੀਂ ਸੁਣਦਾ। ਨਿੰਦਾ ਸੁਣਨ ਲੱਗਿਆ ਤਾਂ ਇਸ ਤਰ੍ਹਾਂ ਮੈਂ ਦੇਖਿਆ ਲੋਕਾਂ ਨੂੰ, ਕਿਉਂਕਿ ਦਾਸ ਪਿੰਡਾਂ ਦਾ ਰਹਿਣ ਵਾਲਾ ਹੈ, ਤਜਰਬਾ ਹੈ ਕਿ ਇੱਕ ਬੀਬੀ ਗੋਹੇ ਦਾ ਟੋਕਰਾ ਲੈ ਕੇ ਚਲੀ ਹੈ, 40 ਕਿਲੋ ਭਾਰ ਹੈ। ਕੋਈ ਦੂਜੀ ਬੀਬੀ ਮਿਲ ਗਈ ਹੈ ਤੇ ਉਸਨੇ ਕਿਸੇ ਦੀ ਗੱਲ ਸ਼ੁਰੂ ਕੀਤੀ, ਕਿਸੇ ਦੀ ਨਿੰਦਾ ਸ਼ੁਰੂ ਕੀਤੀ, ਤੇ ਉਸਨੂੰ ਭਾਰ ਕੋਈ ਨਹੀਂ ਲੱਗਦਾ। ਤੇ ਕੋਈ ਗੱਲ ਅਚਨਚੇਤ ਉਸਨੇ ਕਹਿ ਦਿੱਤੀ ਤੇ ਉਸਨੂੰ ਸੁਣਾਈ ਨਹੀਂ ਆਈ। ਇੱਕ ਸਿਰ ਤੇ ਟੋਕਰਾ ਰੱਖਿਆ, ਗੱਲ ਸੁਣਾਈ ਨਹੀਂ ਹੋਈ, ਫਿਰ ਵੀ ਕੰਨ ਤੇ ਹੱਥ ਰੱਖ ਕੇ ਕਹਿੰਦੀ ਦੁਬਾਰਾ ਸੁਣਾ, ਕੀ ਆਖਿਆ ਸੀ, ਮੈਂ ਸੁਣ ਨਹੀਂ ਪਾਈ। ਮਨ ਇਤਨਾ ਇਕਾਗਰ ਹੈ ਨਿੰਦਾ ਦੇ ਅੰਦਰ। ਨਿੰਦਾ ਇੱਕ ਬੋਲ ਵੀ ਨਹੀਂ ਨਿਕਲਣਾ ਚਾਹੀਦਾ। ਕਿਸੇ ਦੀ ਬੁਰਾਈ ਹੋ ਰਹੀ ਹੋਵੇ ਨਾ, ਇੱਕ ਬੋਲ ਵੀ ਨਿਕਲਣਾ ਨਹੀਂ ਚਾਹੀਦਾ। ਕੰਨ ਨਾ ਸੁਣਨ, ਐਸਾ ਹੋ ਨਹੀਂ ਸਕਦਾ। ਬੰਦਾ ਬੜੇ ਧਿਆਨ ਨਾਲ ਸੁਣਦਾ। ਜੇ ਕਿਤੇ ਐਸਾ ਹੋਵੇ ਤੇ ਬੰਦਾ ਕਹਿੰਦਾ ਦੁਬਾਰਾ ਸੁਣਾ, ਕੀ ਕਿਹਾ ਸੀ, ਦੁਬਾਰਾ ਸੁਣਾ, ਕੀ ਕਿਹਾ ਸੀ। ਪਰ ਸਤਸੰਗ ਚੱਲ ਰਿਹਾ ਹੋਵੇ, ਕਦੀ ਕੋਈ ਬੰਦਾ ਨਹੀਂ, ਕੋਈ ਵਿਰਲਾ ਵਿਰਲਾ ਹੋਏਗਾ ਜਿਹੜਾ ਕਹਿੰਦਾ ਤੁਸੀਂ ਕੀ ਆਖਿਆ ਸੀ, ਦੁਬਾਰਾ ਦੱਸਿਓ। ਨਹੀਂ ਦੱਸਦਾ ਬੰਦਾ, ਕਿਉਂਕਿ ਬੰਦਾ ਪੁੱਛਦਾ ਹੀ ਨਹੀਂ ਤੇ ਦੱਸੇ ਕੀ। ਇਹਦਾ ਅਰਥ ਹੈ ਕਿ ਮਨ ਸਤਸੰਗ ਵਿੱਚ ਇਕਾਗਰ ਨਹੀਂ। ਇਸ ਕਰਕੇ ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਨਾ ਲਿਖ ਲੈ ਜਾਓ। ਜੋ ਅਸੀਂ ਕਰ ਰਹੇ ਹਾਂ ਮਨ ਕਰਕੇ, ਜਿਸ ਦੇ ਵਿੱਚ ਮਨ ਸ਼ਾਮਲ ਹੈ, ਜਿਸ ਦੇ ਸਰੀਰ ਕਰਕੇ ਕਰ ਰਹੇ ਹਾਂ, ਔਰ ਜੋ ਮਨ ਸ਼ਾਮਲ ਨਹੀਂ ਹੈ ਨਹੀਂ ਲਿਖਿਆ ਜਾਏਗਾ। ਸਰੀਰ ਕਰਕੇ ਕਰ ਰਹੇ ਹਾਂ ਤੇ ਨਾਲ ਮਨ ਵੀ ਸ਼ਾਮਲ, ਉਹੀ ਕੰਮ ਲਿਖੇ ਜਾਣੇ ਨੇ। ਬਸ ਇਸ ਤਰ੍ਹਾਂ ਸਮਝ ਲਓ ਇਸਨੂੰ। ਤੇ ਜਦੋਂ ਉਹ ਕੰਮ ਲਿਖੇ ਜਾਣਗੇ ਨਾ, ਭੈੜੀ ਮਤ ਲੈ ਕੇ ਜਦੋਂ ਜਾਵਾਂਗੇ ਨਾ, ਤੇ ਫਿਰ ਉੱਥੇ ਸਰਵਿੰਦਗੀ ਹੋਏਗੀ। ਇਸ ਕਰਕੇ ਬਾਬਾ ਫਰੀਦ ਜੀ ਕਹਿੰਦੇ ਜੇ ਉੱਥੋਂ ਸਰਵਿੰਦਾ ਨਹੀਂ ਹੋਣਾ ਚਾਹੁੰਦਾ ਤੇ ਇੱਕ ਕੰਮ ਕਰ, ਉਹ ਕੰਮ ਛੱਡ ਦੇ ਜਿਨ੍ਹਾਂ ਕੰਮਾਂ ਵਿੱਚ ਤੇਰੀ ਜਿੰਦ ਨੂੰ ਕੋਈ ਲਾਭ ਨਹੀਂ ਹੈ।
ਉਹ ਖਸਮ ਦੇ ਦਰਬਾਰ ਵਿੱਚ ਸਰਵੰਦਗੀ ਉਠਾਣੀ ਪਏਗੀ। ਇਸ ਕਰਕੇ ਉਹ ਕੰਮ ਛੱਡ। ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖਣਾ ਲੇਖ, ਆਪਨੜੇ ਗਰੀਬਾਨ ਮੈਂ ਸਿਰ ਨੀਮਾ ਕਰ, ਦੇਖ ਆਪਣੇ ਅੰਦਰ ਝਾਤੀ ਮਾਰ ਕੇ ਵੇਖ। ਫਿਰ ਅਗਲੇ ਵਚਨ ਕੀਤੇ, ਫਰੀਦਾ ਸਾਹਿਬ ਦੀ ਕਰ ਚਾਕਰੀ, ਦਿਲ ਦੀ ਲਾਹੇ ਭਰਾਂਦ। ਬਾਬਾ ਫਰੀਦ ਜੀ ਕਹਿੰਦੇ ਨੇ, ਮਾਲਕ ਦੀ ਚਾਕਰੀ ਕਰ, ਆਪਣੇ ਦਿਲ ਦੇ ਵਿੱਚੋਂ ਭ੍ਰਾਂਤੀਆਂ, ਸੰਸਾ, ਭਟਕਣਾ ਇਹ ਦੂਰ ਕਰ ਲੈ। ਸਾਹਿਬ ਦੀ ਚਾਕਰੀ ਕਰ ਔਰ ਸੱਚ ਜਾਣਨਾ। ਕਈ ਵਾਰੀ ਐਸਾ ਲੱਗਦਾ ਹੈ ਕਿ ਅਸੀਂ ਸਾਹਿਬ ਦੀ ਚਾਕਰੀ ਨਹੀਂ ਕਰ ਰਹੇ, ਸਗੋਂ ਸਾਹਿਬ ਸਾਡੀ ਸੇਵਾ ਕਰ ਰਿਹਾ ਹੈ। ਸੂਰਜ ਬਣ ਕੇ ਸਾਨੂੰ ਇਹ ਗਰਮੀ ਦੇ ਰਿਹਾ ਹੈ, ਹਵਾ ਬਣ ਕੇ ਸਾਨੂੰ ਥੰਮੀ ਦੇ ਰਿਹਾ ਹੈ, ਧਰਤੀ ਬਣ ਕੇ ਸਾਨੂੰ ਆਸਰਾ ਦੇ ਰਿਹਾ ਹੈ। ਪਰਮਾਤਮਾ ਸਾਡੀ ਚਾਕਰੀ ਕਰ ਰਿਹਾ, ਪਰਮਾਤਮਾ ਸਾਡੀ ਸੇਵਾ ਕਰ ਰਿਹਾ, ਪਰਮਾਤਮਾ ਸਾਨੂੰ ਸਹਾਰਾ ਦੇ ਰਿਹਾ। ਔਰ ਗੁਰੂ ਸਾਹਿਬ ਕਹਿੰਦੇ ਤੂੰ ਸਾਹਿਬ ਦੀ ਚਾਕਰੀ ਕਰ, ਪਰਮਾਤਮਾ ਦੀ ਚਾਕਰੀ ਕਰ। ਪਰ ਲੱਗਦਾ ਮੈਨੂੰ ਤਾਂ ਪਰਮਾਤਮਾ ਸਾਡੀ ਸੇਵਾ 'ਚ ਲੱਗਿਆ ਹੋਇਆ, ਦਿਨ ਰਾਤ ਲੱਗਿਆ ਹੋਇਆ। ਕਦੀ ਸੂਰਜ ਬਣ ਕੇ, ਚੰਦਰਮਾ ਬਣ ਕੇ, ਧਰਤੀ ਬਣ ਕੇ, ਪਾਣੀ ਬਣ ਕੇ, ਹਵਾ ਬਣ ਕੇ ਪਰਮਾਤਮਾ ਸਾਡੀ ਸਾਰਿਆਂ ਦੀ ਸੇਵਾ ਕਰ ਰਿਹਾ। ਤੇ ਸਾਹਿਬ ਦੀ ਚਾਕਰੀ ਕਿਵੇਂ ਕਰੀਏ? ਪਰਮਾਤਮਾ ਦੀ ਚਾਕਰੀ ਕਿਵੇਂ ਕਰੀਏ? ਉਹ ਤਾਂ ਸਾਡੀ ਚਾਕਰੀ ਕਰ ਰਿਹਾ। ਤੁਸੀਂ ਵੇਖੋ ਨਾ ਕਿ ਜਦੋਂ ਬੱਚਾ ਛੋਟਾ ਹੁੰਦਾ ਹੈ ਤੇ ਮਾਤਾ ਪਿਤਾ ਉਸ ਦੀ ਸੰਭਾਲ ਕਰ ਰਹੇ ਹੁੰਦੇ ਨੇ, ਉਸਨੂੰ ਇਸ਼ਨਾਨ ਕਰਾ ਰਹੇ ਨੇ, ਉਸਨੂੰ ਭੋਜਨ ਛਕਾ ਰਹੇ ਨੇ, ਉਸਨੂੰ ਕੱਪੜੇ ਪਾ ਰਹੇ ਨੇ, ਉਸ ਦੀ ਸੰਭਾਲ ਕਰ ਰਹੇ ਨੇ। ਹੁਣ ਬੱਚਾ ਉਹਨਾਂ ਦੀ ਕੀ ਸੇਵਾ ਕਰੇਗਾ? ਵੈਸੇ ਵੀ ਸੇਵਾ ਜਿਹੜੀ ਹੈ ਉਹ ਕਮਜ਼ੋਰ ਦੀ ਹੁੰਦੀ ਹੈ, ਤਕੜੇ ਦੀ ਨਹੀਂ ਹੁੰਦੀ। ਤੇ ਮਾਤਾ ਪਿਤਾ ਬੱਚਾ ਕਮਜ਼ੋਰ ਹੈ, ਸੇਵਾ ਕਰ ਰਹੇ ਹਨ। ਪਰ ਸਿਆਣੇ ਇਹ ਵੀ ਆਖਦੇ ਨੇ, ਇਹ ਦੁਨਿਆਵੀ ਤੌਰ ਤੋਂ ਉਦਾਸ ਗੱਲ ਕਰ ਦੇਵੇ ਕਿ ਜਦੋਂ ਕਿ ਮਾਤਾ ਪਿਤਾ ਕਮਜ਼ੋਰ ਹੋ ਜਾਣ, ਫਿਰ ਬੱਚਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਜਿਸ ਤਰ੍ਹਾਂ ਉਹਨਾਂ ਨੇ ਸੰਭਾਲਿਆ ਸੀ ਉਹ ਸੰਭਾਲਣ। ਕਿਉਂਕਿ ਹੁਣ ਮਾਤਾ ਪਿਤਾ ਕਮਜ਼ੋਰ ਹੋ ਗਏ ਨੇ, ਤੂੰ ਤਕੜਾ ਹੋ ਗਿਆ। ਪਹਿਲਾਂ ਤੂੰ ਕਮਜ਼ੋਰ ਸੀ, ਮਾਤਾ ਪਿਤਾ ਤਕੜੇ ਸਨ, ਉਸਨੇ ਤੈਨੂੰ ਸੰਭਾਲਿਆ, ਤੈਨੂੰ ਸਹਾਰਾ ਦਿੱਤਾ, ਤੈਨੂੰ ਇਸ਼ਨਾਨ ਕਰਾਇਆ, ਤੈਨੂੰ ਕੱਪੜੇ ਪਵਾਏ, ਸਭ ਕੁਝ ਕੀਤਾ। ਹੁਣ ਤੇਰਾ ਫਰਜ਼ ਬਣਦਾ ਹੈ ਕਿ ਤੂੰ ਮਾਤਾ ਪਿਤਾ ਦੀ ਸੇਵਾ ਕਰੇ, ਜੋ ਅਜੇ ਦਾ ਸਮਾਜ ਇਸ ਗੱਲੋਂ ਅਵੇਸਲਾ ਹੈ। ਹੁਣ ਹਰ ਦੀ ਕਾਰ ਕਿਵੇਂ ਕਰੀਏ? ਪਰਮਾਤਮਾ ਸਾਡੀ ਕਾਰ ਕਰ ਰਿਹਾ, ਪਰਮਾਤਮਾ ਸਾਡੀ ਚਾਕਰੀ ਕਰ ਰਿਹਾ, ਸੂਰਜ ਬਣ ਕੇ, ਚੰਦਰਮਾ ਬਣ ਕੇ, ਹਵਾ ਪਾਣੀ ਬਣ ਕੇ ਸਾਨੂੰ ਸੰਭਾਲ ਰਿਹਾ। ਰਹਿਣ ਵਾਸਤੇ ਧਰਤੀ ਦਿੱਤੀ, ਪਰਮਾਤਮਾ ਆਪ ਹੀ ਤਾਂ ਹੈ ਸਭ ਕੁਛ। ਤੇ ਮਹਾਰਾਜ ਨੇ ਗੁਰਬਾਣੀ ਦੀ ਵਿਆਖਿਆ ਗੁਰਬਾਣੀ ਵਿੱਚ ਕੀਤੀ, ਕਹਿਣ ਲੱਗੇ, ਹਰ ਕੀ ਕਾਰ ਕਮਾਵਣੀ, ਜਪੀਐ ਪ੍ਰਭ ਕਾ ਨਾਮ। ਪਰਮਾਤਮਾ ਦੀ ਕਾਰ ਇਹੀ ਹੈ, ਪਰਮਾਤਮਾ ਦੀ ਚਾਕਰੀ ਇਹ ਹੈ ਕਿ ਤੂੰ ਪ੍ਰਭੂ ਦਾ ਨਾਮ ਜਪ, ਹੋਰ ਤੂੰ ਕੁਛ ਨਹੀਂ ਕਰ ਸਕਦਾ। ਹੋਰ ਪਰਮਾਤਮਾ ਦੀ ਕੋਈ ਤੂੰ ਚਾਕਰੀ ਨਹੀਂ ਕਰ ਸਕਦਾ। ਸਭ ਕੁਝ ਪਰਮਾਤਮਾ ਤੇਰੇ ਵਾਸਤੇ ਕਰ ਰਿਹਾ। ਇਸ ਕਰਕੇ ਤੇਰੇ ਵਾਸਤੇ ਇੱਕੋ ਕੰਮ ਬਚਦਾ, ਉਹ ਹੈ ਕਿ ਹਰੀ ਪਰਮਾਤਮਾ ਦਾ ਨਾਮ ਜਪ, ਪ੍ਰਭੂ ਦੀ ਸਿਫਤ ਸਲਾਹ ਕਰ। ਫਰੀਦਾ ਸਾਹਿਬ ਦੀ ਕਰ ਚਾਕਰੀ, ਦਿਲ ਦੀ ਲਾਹੇ ਭਰਾਂਦ। ਤੇਰੇ ਦਿਲ ਵਿੱਚ ਜੋ ਭਟਕਣਾ ਹੈ, ਉਸ ਭਟਕਣਾ ਨੂੰ ਦੂਰ ਕਰਕੇ ਮਾਲਕ ਦੀ ਬੰਦਗੀ ਕਰ। ਭਟਕਣਾ ਕੀ ਹੈ? ਇਹ ਜਿਹੜੀ ਸੰਸਾਰ ਦੀਆਂ ਵਿਸਗੰਦਲਾਂ ਦੀ ਖਾਤਰ ਆਪਣੇ ਦਿਲ ਦੀ ਭਟਕਣਾ ਰਹਿੰਦੀ ਹੈ। ਅਸੀਂ ਵਿਸਗੰਦਲਾਂ ਕਰਕੇ ਹੀ ਪਰਮਾਤਮਾ ਨੂੰ ਪੂਜਦੇ ਹਾਂ, ਪਰਮਾਤਮਾ ਦੀ ਸਿਫਤ ਕਰਦੇ ਹਾਂ। ਔਰ ਬੰਦਾ ਇਤਨਾ ਲੋਭੀ ਹੈ, ਗੁਰੂ ਸਾਹਿਬ ਕਹਿੰਦੇ ਨੇ, ਆਪਣੇ ਲੋਭ ਕੋ ਕੀਨੋ ਮੀਤ। ਆਪਣੇ ਲੋਭ ਵਾਸਤੇ ਤਾਂ ਇਹ ਪਰਮਾਤਮਾ ਨੂੰ ਵੀ ਮਿੱਤਰ ਬਣਾ ਲੈਂਦਾ। ਜਿਹੜੀ ਲੋੜ ਕਿਤੋਂ ਪੂਰੀ ਨਾ ਹੁੰਦੀ ਹੋਵੇ, ਇਹ ਕਹਿੰਦਾ ਮੈਂ ਪਰਮਾਤਮਾ ਨੂੰ ਮਿੱਤਰ ਬਣਾ ਕੇ ਉਸਦੇ ਕੋਲੋਂ ਕਰਾਵਾਂਗਾ। ਮਾਤਾ ਪਿਤਾ ਨੂੰ ਮਿੱਤਰ ਬਣਾ ਲੈਂਦਾ, ਲਾਲਚ ਵਿੱਚ ਆ ਕੇ, ਲੋਭ ਵਿੱਚ ਆ ਕੇ ਆਪਣੇ ਲੋਭ ਵਾਸਤੇ ਮਿੱਤਰ ਬਣਾ ਲਿਆ। ਸਾਹਿਬ ਕਹਿੰਦੇ ਨੇ, ਇਹ ਲੋਭ ਦੀ ਬਿਰਤੀ ਛੱਡ ਕੇ ਪਰਮਾਤਮਾ ਦੀ ਸਿਫਤ ਕਰ, ਵਾਹਿਗੁਰੂ ਜੀ ਦੇ ਨਾਮ ਨੂੰ ਜਪ, ਉਸ ਦੀ ਬੰਦਗੀ ਕਰ, ਉਸ ਪਰਮਾਤਮਾ ਦੀ ਨੌਕਰੀ ਕਰ।
ਔਰ ਇੱਕ ਦਾਸ ਬੇਨਤੀ ਕਰੇ, ਜਿਹੜਾ ਨੌਕਰ ਬਣ ਜਾਂਦਾ ਪਰਮਾਤਮਾ ਦਾ, ਜਿਹੜਾ ਪਰਮਾਤਮਾ ਦਾ ਸੇਵਕ ਬਣ ਜਾਂਦਾ, ਗੁਲਾਮ ਬਣ ਜਾਂਦਾ, ਉਹਦੀ ਆਪਣੀ ਕੋਈ ਫਿਰ ਮਰਜ਼ੀ ਨਹੀਂ ਰਹਿੰਦੀ। ਔਰ ਕਬੀਰ ਸਾਹਿਬ ਨੇ ਜ਼ਿਕਰ ਕੀਤਾ, ਕਬੀਰ ਸਾਹਿਬ ਆਖਦੇ ਨੇ, ਕਹਿੰਦੇ ਆਪਣੇ ਜੀਵਨ ਵਿੱਚ ਇਹ ਗੱਲ ਸਿਰ ਮੱਥੇ ਤੇ ਪ੍ਰਵਾਨ ਕਰ ਲੈ ਕਿ हे ਪ੍ਰਭੂ ਫਰਮਾਨ ਤੇਰਾ ਸਿਦੈ ਉੱਪਰ, ਫਿਰ ਨਾ ਕਰਤ ਵਿਚਾਰ, ਤੂੰ ਹੀ ਦਰਿਆ ਤੂੰ ਹੀ ਕਰਿਆ, ਤੁਝੇ ਤੇ ਨਿਸਤਾਰ, ਬੰਦੇ ਬੰਦ ਕੀ ਇਖਤਿਆਰ, ਸਾਹਿਬ ਰੋਸ ਧਰੋਂ ਕੇ ਪਿਆਰ। ਨਾਮ तेरा आधार मेरा, जो फूल जई है नार, कह कबीर गुलाम कर का, जियाए भावें मार। गुलाम बन जा परमात्मा का, सेवक बन जा परमात्मा का। और कैसा सेवक बनिए, दिल दी भटकना दूर करके परमात्मा की सिफत करिए, प्रभु की बंदगी कर। आखन लगे दरवेश बन। दरवेश का अर्थ है जिसने परमात्मा का खुदा का दर मिल लिया। दरवेश जिसनों खुदा का दर मिल गया। आखन लगे दरवेशा नूं लोड़ीए दुखां दी जे रांद। क्योंकि जे तू दरवेशी करनी है, परमात्मा की चाकरी करनी है, तो फकीरां दा जिहड़ा जिगर है वह रुख वर्गा हुंदा है। सेवकी इदां नहीं हो सकती। गुरु का सिख इदां दा नहीं हो सकता। गुरु के सिख नूं दरवेश होना पैना है, रुख वर्गा होना पैना है। हुण रुख दे विच की क्वालिटी है? रुख दे विच एक क्वालिटी है, सारी धुप जिहड़ी है अपने उत्ते अपने तन ते सारदा है, सानू छां दिंदा है। रुख की क्वालिटी है कि लोग आके पत्थर मारते ने, लोग आके वट्टे मारते ने और डंडे मारते ने, वो डंडे खा के लोगों को स्वाद फल दिंदा है। दरवेश की जिंदगी इदां दी होनी चाहिए। तुसीं हैरान होवोगे कि महाराजा रणजीत सिंह एक बारी लंघे जा रहे सन, गल चेते आई सांझी करां। बाबा फरीद जी लंघे जा रहे सन, घोड़े ते सवार नाल एहलकार। इतने वड्डे पंजाब दा राजा होवे, बड़ियां फौजां चलदियां सन। एक छोटा जिहा नगर, पिंड दे बच्चे बेरी सी, उस बेरी नूं पत्थर मार रहे सन बेड़ तोड़न वास्ते। हुण बगा बगा के पत्थर मार रहे सन, पत्ते भी छलनी हो रहे सन, टहनियां भी छलनी हो रही सन, बेर भी छलनी हो रहे सन। जदों बगा बगा के पत्थर मार रहे सन, महाराजा उत्थों लंघदे सी, एक बच्चे ने पत्थर मारिया ते जोर दी जाके महाराजा रणजीत सिंह दी अख ते जाके वजया। एहलकार गुस्से विच आ गए भी साडे महाराजे नूं कोई पत्थर मारे। एहलकारां ने वो बच्चे जिहड़े बेर तोड़ रहे सन फड़ लए बच्चे सारे। जदों बच्चे फड़ लए, उन्हां दे माता पिता रोण लग पए भी अज साडे बच्चों का की बनेगा। महाराजा है समय का, पता नहीं किहड़ी सज़ा मिलेगी। महाराजा इतना दयालु, इतना दरवेश बिरती का मालक, घोड़े तो उतरिया, एहलकारां नूं आख्या बच्चों नूं छड्ड दिओ। बच्चों की बांह फड़ी जिसने पत्थर मारिया सी, बेटा एक गल दसो भी इस बेरी नूं पत्थर मार दे, बेरी की दिंदी है? कहने लगे महाराजा साहब ये बेर दिंदी है, असीं फल छकदे हां, ढिड भरदे अपना। महाराज साहब कहने लगे जे पत्थर खा के बेरी बेर दिंदी है तो महाराजा रणजीत सिंह इस बेरी तो भी गया गुजरा नहीं। अपने एहलकारां नूं आख्या कि लियाओ मोहरां, मोहरां ला के उन्हां बच्चों विच बन दित्ती है। तुहानूं साबित कर दिता भी महाराजा रणजीत सिंह नूं पत्थर वजया होवे ते ये सज़ा नहीं, सगों ये मोहरा देवेगा। जे कि बेरी पत्थर खा के बेर दिंदी है तो महाराजा नूं पत्थर मिलिया लग्या। पहलां तो बच्चों नूं कहा कि एक अख मेरी बचपन में चेचक ने लै ली सी, एक अख बची सी, अज तुसीं लै लैनी सी, पर चलो गुरु ने कृपा की, मेरी अख बच गई। पर जे बेरी नूं पत्थर लगते ने बेर दिंदी है तो महाराजे नूं पत्थर लग्या तो जाओ थानू मैं ये मोहरा बनना। तो मोहरा उन्होंने टालां भर भर के मोहरा दे दित्तियां बच्चों। लोग बड़े हैरान कि एडा दयालु महाराजा, क्योंकि ये दरवेश बिरती है। रुख की बिरती की है कि वह जिहड़ी धुप है अपने शरीर ते लै लैंदा है, सानू छां दिंदा है, वो लोगों के पत्थर खा के फल दिंदा है। कोई उसनूं वड्ढण वास्ते आ जाए
ਤੇ ਉਹ ਵੱਢਣ ਤੋਂ ਬਾਅਦ ਆਪਣਾ ਆਪ ਵਡਵਾ ਕੇ ਵੀ ਲੋਕਾਂ ਦੇ ਕੰਮ ਸਵਾਰਦਾ ਹੈ, ਘਰ ਦੇ ਕੰਮ ਆਉਂਦਾ ਹੈ, ਬੇੜੀ ਬਣ ਕੇ ਲੋਕਾਂ ਨੂੰ ਪਾਰ ਕਰਦਾ ਹੈ। ਫਿਰ ਵੀ ਉਹ ਕੋਈ ਗਿੱਲਾ ਨਹੀਂ ਕਰਦਾ ਵੀ ਤੂੰ ਸਾਨੂੰ ਵੱਢਿਆ, ਤੂੰ ਇਹ ਦੁੱਖ ਦਿੱਤੇ ਮੈਨੂੰ। ਫਿਰ ਬੇੜੀ ਬਣ ਕੇ ਲੋਕਾਂ ਨੂੰ ਭਵ ਸਾਗਰ ਤੋਂ ਪਾਰ ਕਰਦਾ ਹੈ। ਇਸ ਤਰ੍ਹਾਂ ਹੀ ਦਰਵੇਸ਼ ਹੁੰਦਾ ਹੈ, ਉਹ ਰੁੱਖਾਂ ਵਰਗਾ ਜਿਗਰਾ ਰੱਖਦਾ। ਜਿਵੇਂ ਰੁੱਖ ਦਾ ਜਿਗਰਾ, ਇਸ ਤਰ੍ਹਾਂ ਰੱਬ ਦੇ ਪਿਆਰੇ ਦਾ, ਗੁਰੂ ਕੇ ਸਿੱਖ ਦਾ ਜਿਗਰਾ ਹੋਣਾ ਚਾਹੀਦਾ। ਬਾਬਾ ਫਰੀਦ ਕਹਿੰਦੇ, ਫਰੀਦਾ ਸਾਹਿਬ ਦੀ ਕਰ ਚਾਕਰੀ, ਦਿਲ ਦੀ ਲਾਹਾਂ ਭਰਾਂਦ, ਦਰਵੇਸ਼ਾਂ ਨੂੰ ਲੋੜੀਏ ਦਿੱਖਾਂ ਦੀ ਜਿਰਾਂਦ। ਉਹ ਰੁੱਖ ਵਰਗਾ ਜਿਗਰਾ ਰੱਖਦਾ ਹੈ। ਦਰਵੇਸ਼ ਜਿਹਦਾ ਬੰਦਗੀ ਕਰ, ਔਰ ਤੇਰਾ ਜਿਹੜਾ ਜਿਗਰਾ ਉਹ ਰੁੱਖ ਵਰਗਾ ਹੋਵੇ, ਤੇਰਾ ਜਿਗਰਾ ਪਰਮਾਤਮਾ ਵਰਗਾ ਹੋਵੇ। ਜੇ ਪਰਮਾਤਮਾ ਦਿਆਲੂ ਹੈ ਤੇ ਗੁਰੂ ਕਾ ਸਿੱਖ ਵੀ ਦਿਆਲੂ ਹੋਵੇ। ਪਰਮਾਤਮਾ ਰਹਿਮ ਹੈ ਤੇ ਸਿੱਖ ਵੀ ਰਹਿਮ ਹੋਵੇ। ਪਰਮਾਤਮਾ ਨਿਰਭਉ ਹੈ ਤੇ ਸਿੱਖ ਵੀ ਨਿਰਭਉ ਹੋਵੇ। ਪਰਮਾਤਮਾ ਨਿਰਵੈਰ ਹੈ ਤਾਂ ਸਿੱਖ ਵੀ ਨਿਰਵੈਰ ਹੋਵੇ। ਇਹ ਸਿੱਖ ਦਾ ਜੀਵਨ ਹੈ। ਫਿਰ ਬਾਬਾ ਫਰੀਦ ਜੀ ਕਹਿੰਦੇ, ਫਰੀਦਾ ਕਾਲੇ ਮਹਿੰਡੇ ਕੱਪੜੇ, ਕਾਲਾ ਮਹਿੰਡਾ ਵੇਸ। ਬਾਬਾ ਫਰੀਦ ਜੀ ਆਖਣ ਲੱਗੇ, ਮੇਰੇ ਅੰਦਰ ਰੁੱਖਾਂ ਵਾਲੀ ਜਿਰਾਂਦ ਨਹੀਂ ਹੈ। ਫਕੀਰ ਦੇ ਅੰਦਰ ਜੋ ਚਾਹੀਦਾ ਉਹ ਫਕੀਰੀ ਮੇਰੇ ਕੋਲ ਨਹੀਂ ਹੈ। ਜਿਹੜੀ ਫਕੀਰੀ ਚਾਹੀਦੀ ਹੈ ਨਾ, ਹਾਂ ਇਹ ਗੱਲ ਜ਼ਰੂਰ ਹੈ ਕਿ ਮੇਰੇ ਕੋਲ ਉਹ ਫਕੀਰੀ ਨਹੀਂ, ਪਰ ਮੇਰੇ ਕੱਪੜੇ ਕਾਲੇ ਹਨ, ਮੇਰਾ ਵੇਸ ਕਾਲਾ ਹੈ। ਫਰੀਦਾ ਕਾਲੇ ਮਹਿੰਡੇ, ਮਹਿੰਡੇ ਦਾ ਅਰਥ ਹੈ ਮੇਰੇ, ਕੱਪੜੇ ਦਾ ਅਰਥ ਹੈ ਕੱਪੜੇ। ਕਾਲਾ ਮਹਿੰਡਾ, ਮਹਿੰਡਾ ਅਰਥ ਹੈ ਮੇਰਾ, ਵੇਸ ਦਾ ਅਰਥ ਹੈ ਇਹ ਵੇਸ ਸਰੀਰ ਦਾ। ਗੁਣ ਹੀ ਭਰਿਆ ਮੈਂ ਫਿਰਾਂ। ਬਾਬਾ ਫਰੀਦ ਜੀ ਕਹਿੰਦੇ ਨੇ ਗੁਣਾਂ ਦੇ ਨਾਲ ਭਰਿਆ ਹੋਇਆ ਹਾਂ ਮੈਂ। ਆਓ ਕਿ ਔਗੁਣ ਹੀ ਔਗੁਣ ਨੇ, ਔਗੁਣ ਹੀ ਔਗੁਣ ਨੇ, ਪਰ ਇਤਨੇ ਔਗੁਣ ਮੇਰੇ ਜੀਵਨ ਵਿੱਚ ਨੇ। ਮੇਰੇ ਇਸ ਕਾਲੇ ਕੱਪੜਿਆਂ ਨੂੰ ਵੇਖ ਕੇ, ਮੇਰੇ ਇਸ ਪਹਿਰਾਵੇ ਨੂੰ ਵੇਖ ਕੇ ਲੋਕ ਮੈਨੂੰ ਦਰਵੇਸ਼ ਸਮਝਦੇ ਨੇ, ਕਿਉਂਕਿ ਬਹੁਤੇ ਸੂਫੀ ਕਾਲੇ ਕੱਪੜੇ ਪਾਉਂਦੇ ਸਨ। ਬਾਬਾ ਫਰੀਦ ਜੀ ਵੀ ਕਾਲੇ ਕੱਪੜੇ ਪਾਉਂਦੇ ਸਨ। ਭਾਵੇਂ ਉਸਦੇ ਪਿੱਛੇ ਇੱਕ ਲੌਜਿਕ ਸੀ ਵੀ ਜਿਸ ਤਰ੍ਹਾਂ ਦੇ ਕੱਪੜੇ ਕਾਲੇ ਨੇ, ਮੇਰਾ ਦਿਲ ਵੀ ਅੰਦਰੋਂ ਕਾਲਾ ਹੈ, ਮੈਂ ਅਜੇ ਪਵਿੱਤਰ ਨਹੀਂ ਹੋ ਸਕਿਆ। ਪਿੱਛੇ ਇੱਕ ਕਹਾਣੀ ਜੁੜੀ ਹੋਈ ਸੀ ਕਿ ਕੱਪੜੇ ਕਾਲੇ ਹੀ ਨਹੀਂ, ਮੇਰਾ ਦਿਲ ਵੀ ਕਾਲਾ ਹੈ, ਅਜੇ ਮੇਰੇ ਅੰਦਰ ਵੀ ਮੈਲ ਹੈ। ਭਾਵੇਂ ਉਹ ਇੱਕ ਬਾਅਦ ਦੇ ਅੰਦਰ ਦਰਵੇਸ਼ੀ ਲਿਬਾਸ ਬਣ ਕੇ ਰਹਿ ਗਿਆ, ਬਾਬਾ ਫਰੀਦ ਜੀ ਕਹਿ ਰਹੇ ਨੇ, ਪਰ ਸੱਚਾਈ ਹੈ ਫਰੀਦਾ ਕਾਲੇ ਮਹਿੰਡੇ ਕੱਪੜੇ, ਕਾਲਾ ਮਹਿੰਡਾ ਵੇਸ। ਗੁਣ ਹੀ ਭਰਿਆ ਮੈਂ ਫਿਰਾਂ। ਇਹਨਾਂ ਵਿਸਕੰਦਲਾਂ ਦੀ ਖਾਤਰ ਨਾ ਗੁਣਾਂ ਨਾਲ ਭਰਿਆ ਹੋਇਆ ਫਿਰਦਾ ਹਾਂ। ਲੋਕ ਕਹਿਣ ਦਰਵੇਸ਼, ਜਗਤ ਮੈਨੂੰ ਫਕੀਰ ਆਖਦਾ ਹੈ, ਦਰਵੇਸ਼ ਆਖਦਾ ਹੈ, ਕਿਉਂਕਿ ਮੈਂ ਕਾਲੇ ਕੱਪੜੇ ਜੋ ਪਾ ਲਏ ਹਨ। ਲੋਕ ਪੀਰ ਸਮਝਦੇ ਨੇ, ਦਰਵੇਸ਼ ਸਮਝਦੇ ਨੇ, ਪਰ ਬਾਬਾ ਫਰੀਦ ਕਹਿੰਦੇ ਮੈਂ ਅਜੇ ਦਰਵੇਸ਼ ਨਹੀਂ ਬਣਿਆ। ਸੰਸਾਰ ਭਾਵੇਂ ਕਹਿੰਦਾ ਫਿਰੇ, ਲੋਕ ਭਾਵੇਂ ਆਖਣ, ਪਰ ਮੈਨੂੰ ਆਪਣੀ ਅਸਲੀਅਤ ਦਾ ਪਤਾ ਹੈ ਕਿ ਮੈਂ ਜੇ ਦਰਵੇਸ਼ ਨਹੀਂ, ਸਗੋਂ ਤਾਂ ਮੈਂ ਔਗੁਣਾਂ ਦੇ ਨਾਲ ਭਰਿਆ ਹੋਇਆ। ਕਿਉਂ? ਕਿਉਂਕਿ ਜਬ ਤਬ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ। ਮੇਰੇ ਕੰਮ ਨੀਚ ਨੇ, ਸੱਚੇ ਪਾਤਸ਼ਾਹ ਕਿਰਪਾ ਕਰ, ਤੇਰੀ ਸ਼ਰਨ 'ਚ ਆਏ ਹਾਂ। ਲੋਕ ਭਾਵੇਂ ਦਰਵੇਸ਼ ਕਹਿੰਦੇ ਨੇ, ਮੈਂ ਦਰਵੇਸ਼ ਬਣਿਆ ਕੋਈ ਨਹੀਂ, ਤੇਰੀ ਕਿਰਪਾ ਹੋਵੇ ਕਿਤੇ ਦਰਵੇਸ਼ ਬਣ ਸਕੀਏ, ਕਿਤੇ ਅਕਾਲ ਪੁਰਖ ਵਾਹਿਗੁਰੂ ਜੀ ਕਿਰਪਾ ਕਰਨ ਕਿ ਅਸੀਂ ਇਸ ਮਾਰਗ 'ਤੇ ਤੁਰ ਸਕੀਏ। ਜੀਵਨ ਵਿੱਚ ਦਰਵੇਸ਼ੀ ਆ ਜਾਏ, ਜੀਵਨ ਦੇ ਅੰਦਰ ਗੁਰੂ ਪਰਮਾਤਮਾ ਵਰਗੀ ਕਲਾ ਸਾਡੇ ਅੰਦਰ ਆ ਜਾਏ, ਪਰਮਾਤਮਾ ਵਰਗੇ ਗੁਣ ਸਾਡੇ ਜੀਵਨ 'ਚ ਆ ਜਾਣ। ਕਿਉਂਕਿ ਦਰਵੇਸ਼ ਦੇ ਗੁਣ ਰੁੱਖਾਂ ਵਰਗੇ ਨੇ ਤੇ ਰੁੱਖ ਦਾ ਹਿਰਦਾ ਬਹੁਤ ਵੱਡਾ ਹੈ, ਬਹੁਤ ਵੱਡਾ ਹੈ। ਇਸ ਕਰਕੇ ਆਪਣੇ ਜੀਵਨ ਦੇ ਵਿੱਚ ਉਹ ਦਰਵੇਸ਼ੀ ਕਮਾਂ, ਆਪਣੇ ਗੁਣਾਂ ਨੂੰ ਜੀਵਨ ਵਿੱਚੋਂ ਕਬੂਲ ਕਰਕੇ ਮੈਂ ਇਹ ਗਲਤੀਆਂ ਕਰ ਰਿਹਾ ਹਾਂ, ਇਹ ਔਗੁਣ ਕਰ ਰਿਹਾ ਹਾਂ। ਇਸ ਕਰਕੇ ਇਹ ਔਗੁਣਾ ਕਰਕੇ ਜੇ ਮੈਂ ਅੱਜ ਦੁਖੀ ਹਾਂ ਤਾਂ ਮੈਂ ਕਿਸੇ ਨੇ ਮੈਨੂੰ ਦੁਖੀ ਨਹੀਂ ਕੀਤਾ, ਪਰਮਾਤਮਾ ਨੇ ਦੁਖੀ ਨਹੀਂ ਕੀਤਾ, ਮੇਰੇ ਔਗੁਣ ਮੈਨੂੰ ਦੁਖੀ ਕਰਦੇ ਹਨ। ਜਦੋਂ ਜਿਹੜਾ ਕੰਮ ਕਰਨਾ ਸੀ ਉਦੋਂ ਉਹ ਕੰਮ ਕੀਤਾ ਨਹੀਂ, ਇਸ ਕਰਕੇ ਅੱਜ ਮੈਂ ਦੁਖੀ ਹਾਂ। ਬਸ ਵਕਤ ਨੂੰ ਸੰਭਾਲੀਏ, ਆਪਣੀਆਂ ਡਿਊਟੀਆਂ ਨੂੰ ਸੰਭਾਲੀਏ, ਆਪਣੇ ਫਰਜ਼ਾਂ ਨੂੰ ਸੰਭਾਲੀਏ। ਜਿੰਨਾ ਆਪਣੇ ਫਰਜ਼ ਸੰਭਾਲ ਲਵਾਂਗੇ, ਆਪਣੀ ਡਿਊਟੀਆਂ ਨੂੰ ਸੰਭਾਲ ਲਵਾਂਗੇ, ਉਸ ਦਿਨਾਂ ਫਿਰ ਸਾਨੂੰ ਇਹ ਦੁੱਖ ਜਿਹੜੇ ਨੇ ਇੰਨੇ ਹੀ ਭੋਗਣੇ ਪੈਣਗੇ। ਫਿਰ ਸਾਡੇ ਜੀਵਨ ਵਿੱਚੋਂ ਜਿਹੜੇ ਪਾਪ ਅਪਰਾਧ ਉਹ ਖਤਮ ਹੋ ਜਾਵੇਗਾ।
ਇਤਨੇ ਬਚਨ ਪ੍ਰਵਾਨ ਗੁਰੂ ਕਿਰਪਾ ਕਰੇ ਕਿ ਅੰਦਰੋਂ ਬਾਹਰੋਂ ਇੱਕ ਹੋ ਸਕੀਏ। ਇਹ ਜਿਹੜੀ ਜੁਗਤ ਸਾਨੂੰ ਪ੍ਰਾਪਤ ਹੋਵੇ ਔਰ ਉਹਨਾਂ ਕੰਮਾਂ ਨੂੰ ਛੱਡ ਕੇ ਉਹ ਕੰਮ ਕਰੀਏ ਜਿਹੜੇ ਕੰਮ ਇਸ ਲੋਕ ਅਤੇ ਪਰਲੋਕ ਦੇ ਵਿੱਚ ਸਾਡੇ ਮਦਦਗਾਰ ਹੋਣ। ਜਿਨ੍ਹਾਂ ਨੇ ਉਹਨਾਂ ਕੰਮਾਂ ਨੂੰ ਜੀਵਨ 'ਚ ਅਪਣਾ ਲਿਆ ਹੈ ਉਹਨਾਂ ਦੇ ਹੋ ਜਾਂਦੇ ਨੇ ਇਹ ਲੋਕ ਸੁਖੀਏ, ਪਰ ਲੋਕ ਸਵੇਲੇ ਨਾਨਕ ਹਰ ਕੋ ਆਪੇ ਮਿਲੇ। ਧੰਨਵਾਦ ਸਾਰਿਆਂ ਦਾ। ਜੀ ਆਇਆਂ ਨੂੰ ਇਤਨੇ ਬਚਨ ਪ੍ਰਵਾਨ। ਫਤਿਹ ਦੀ ਸਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। ਡੰਡੋਤ ਬੰਧਨ ਅਨਕ ਵਾਰ, ਸਰਬ ਕਲਾ ਸਮਰੱਥ, ਡੋਲਨ ਤੇਰਾ ਸੋ ਪ੍ਰਭੂ, ਨਾਨਕ ਦੇ ਕਰ ਹੱਥ। ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਨਵਾ। ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਰਾਹੁ ਨਹਿ ਨਿੰਦਿਆ ਨਹਿ ਉਸਤਤ ਜਾਕੈ, ਲੋਭ ਮੋਹ ਅਭਿਮਾਨਾ। ਹਰਕ ਸ਼ੋਕ ਤੇ ਰਹਿ ਨਿਆਰੋ, ਨਹਿ ਮਾਨ ਅਪਮਾਨਾ। ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹਿ ਨਿਰਾਸਾ। ਕਾਮ ਕ੍ਰੋਧ ਜੈ ਪਰਸੈ ਨਾਹਨ, ਤੈ ਘਟ ਬ੍ਰਹਮ ਨਿਵਾਸਾ। ਗੁਰ ਕਿਰਪਾ ਜਹ ਨਰ ਕੋ ਕੀਨੀ, ਤੈ ਇਹ ਜੁਗਤ ਪਛਾਨੀ। ਨਾਨਕ ਲੀਨ ਭਇਓ ਗੋਬਿੰਦ ਸਿਉ, ਜੋ ਪਾਣੀ ਸੰਗ ਪਾਣੀ। ਗੁਰ ਕਿਰਪਾ ਜਹ ਨਰ ਕੋ ਕੀਨੀ, ਤੈ ਇਹ ਜੁਗਤ ਪਛਾਨੀ। ਨਾਨਕ ਲੀਨ ਭਇਓ ਗੋਬਿੰਦ ਸਿਉ, ਜੋ ਪਾਣੀ ਸੰਗ ਪਾਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗ ਗੌੜੀ ਦੀਪਕੀ ਮਹਿਲਾ ਪਹਿਲਾ। ਇਕ ਓੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤਾ ਕੇ ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ ਸਿਵਰਿਓ ਸਿਰਜਨਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹੂੰ, ਵਾਰਿ ਜਿਸ ਸੋਹਿਲਾ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜਿਹੜੇ ਸੰਭਾਲਨ ਦੇਖੇਗਾ ਦੇਵਨਹਾਰ। ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾਤੇ, ਕਵਨ ਸਮਾਰ ਸਮ ਸਾਲ ਲਿਖਿਆ ਮਿਲ ਕਰ ਪਾਵੋ ਤੇਲ। ਦੇਵ ਸੱਜਣ ਅਸੀਂ ਸੜੀਆਂ ਜੋ ਹੋਵੈ, ਸਾਹਿਬ ਸੋ ਮੇਲ ਕਰ ਕਰ ਇਹ ਪਹੁੰਚਾ। ਸੱਦੜੇ ਨਿਤ ਪਵਨ ਸਦਨ ਹਾਰ, ਸਿਮਰਿਐ ਨਾਨਕ ਸੇ ਦੇ ਆਵਨ। ਰਾਗ ਆਸਾ ਮਹਿਲਾ ਪਹਿਲਾ। ਛੇ ਕਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ। ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਗ ਵਡਾਈ ਤੋਏ ਰਹਾਉ। ਵਿਸਵੇ ਚਸਿਆਂ ਘੜੀਆਂ ਪੈਰਾਂ ਥਤੀ, ਵਾਰੀ ਮਹਾ ਹੁਆ ਸੂਰਜ ਏਕੋ ਰੁਤ ਅਨੇਕ। ਨਾਨਕ ਕਰਤੇ ਕੇ ਕੇਤੇ ਵੇਸ, ਰਾਗ ਤਨਾਸੀ ਮਹਿਲਾ ਪਹਿਲਾ। ਗगन में थाल रवचन दीपक बने, तारका मंडल जनक मोती। तुह बने आलो पवन चवरो करे, सगल बन राय फुलंत ज्योति। कैसी आरती होए बहु खंडा, तेरी आरती अनंता शब्द बाजंत पहरी रहाओ। सहस तब नैन नैन है तोय को, सहस मूरत नो नायक तोहि। सहस पद विमंदन एक पद गंध बिन, सहस तब गंधिव चलत मोहि। सब में जो जोत है सोए तिस दै चानन, सब में चानन होए। गुर साखी जोत प्रगट होए, जो तिस भावै स्वार्थी होए। हर चरण कल मकरन लोहित मनोदिनो मोहि आहि प्यासा। कृपा जल दे नानक सारंग को होए, जाते त्रिनाय वासा। राग गौड़ी पूरी महला चौथा। काम क्रोध नगर को भरया मिल, साधु खंडल खंडाहे। पूरब लिखत लिखे गुर पाया, मन हल्ले मंडल मंडाहे। कर साधु अंजलि पुन बिडाहे, कर दंडोत पुन बिडाए रहाओ।
ਸਾਕਤ ਹਰ ਸਾਧ ਨ ਜਾਣਿਆ ਤਿਨ ਅੰਤਰ ਹੂੰ ਮੈਂ ਕੰਡਾ ਹੈ ਜੋ ਜੋ ਚਲਾ ਚੁਬੈ ਦੁਖ ਪਾਵੈ ਜਮ ਕਾਲ ਸਹਿ ਸੇ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੀ ਦੁਖ ਜਨਮ ਮਰਨ ਭੋ ਖੰਡਾ ਹੈ अविनाशी प्रभ पाया परमेश्वर बहुत सो खंड ब्रह्मंडा है हम गरीब मस्कीन प्रभ तेरे हर राख राख बड़ बड्डा है जन नानक नाम धार टेक है नामे ही सुखमंडा है राग गोड़ी पूरी मैला पिनमा करो बिनती सुनो मिता सन टहल की वेला इहा खाड़ चलो हर लाहा गए वसन सवेला उत्कटा दनस रह नारे मन गुर मिलका सवारे रहाओ एह संसार विकार संसे में तरियो ब्रह्म ज्ञानी सहज गाय प्यावे एह रस अकत कथा तन जानी जाको आए सोई विहाजो हर गुर तेम ने बसेरा निज कर महल पाव सुख सहजे बहुत न हो गो फेरा अंतर जामी पुरख विधाते सरधा मन की पूरे नानक दास एह सुख मोको कर संतन की तूरे अंतर जामी पुरख सरधा मन की पूरे नानक दास यह सुख मोको कर संतन की तूरे। वाहिगुरु जी का खालसा वाहिगुरु जी की फतेह। तुध आगे।